ਸਾਨੂੰ ਇਹ ਪਤਾ ਲੱਗਿਆ ਸੀ ਕਿ ਜਦੋਂ ਵਿਸਰਾ ਰਿਪੋਰਟਾਂ ਹੁੰਦੀਆਂ ਸੀ ਤੁਹਾਡੇ ਜਾਣ ਤੋਂ ਪਹਿਲਾਂ ਤਾਂ 85 ਤੋਂ 90 ਦਿਨ ਲੱਗ ਜਾਂਦੇ ਸੀਗੇ ਰਿਪੋਰਟ ਪੇਸ਼ ਹੋਣ ਦੇ ਵਿੱਚ, ਤੇ ਜਦੋਂ ਤੁਸੀਂ ਗਏ ਹੋ ਤਾਂ 20-25 ਦਿਨ ਲੱਗਣ ਲੱਗ ਗਏ। ਉਹ ਗੈਪ ਤੁਸੀਂ ਕਵਰ ਕਿੱਦਾਂ ਕੀਤਾ ਤੇ ਉਹਦਾ ਆਮ ਲੋਕਾਂ ਨੂੰ ਫਾਇਦਾ ਕੀ ਹੋਇਆ? ਮੈਂ ਜਿਹੜਾ ਆਉਂਦੇ ਹੀ ਇੱਕ ਕੰਮ ਕਰਿਆ ਕਿ ਉਹ ਸਾਰੀਆਂ ਜਿਹੜੇ ਪੁਰਾਣੀਆਂ ਫਾਈਲਾਂ ਸੀ ਪਹਿਲਾਂ ਪੈਂਡਿੰਗ ਕੇਸ ਪਏ ਸੀ ਜਿਹੜੇ ਉਹ ਕਢਾ ਲਏ, ਉਹਨਾਂ ਨੂੰ ਡਿਸਪੋਜ਼ ਆਫ ਕਰਨਾ ਸ਼ੁਰੂ ਕਰਤਾ ਕਿ ਵੀ ਲੋ ਜੀ ਉਹ ਫਿਕਸ ਕਰਤੇ ਕਿ ਅੱਜ ਇੰਨੇ ਕੇਸ ਕਰਨੇ ਹੀ ਕਰਨੇ ਨੇ ਰਿਪੋਰਟ। ਜਿਹੜਾ ਮੈਡੀਕਲ ਅਫਸਰ ਹੈ ਉਹ ਤੇ ਆਪਣਾ ਓਪੀਨੀਅਨ ਦਿੰਦਾ ਕਿ ਕਾਜ਼ ਆਫ ਡੈਥ ਕੀ ਹੋ ਸਕਦਾ, ਫਿਰ ਉਸ ਤੋਂ ਬਾਅਦ ਜਿਹੜਾ ਸੀ ਕਿ ਚਲਾਨ ਪੇਸ਼ ਹੁੰਦਾ। ਇਹ ਸਾਰੀ ਪ੍ਰੋਸੈਸ 90 ਦਿਨ 'ਚ ਕੰਪਲੀਟ ਕਰਨੀ ਹੁੰਦੀ ਹੈ। ਹਰ ਇੱਕ ਬੰਦਾ ਇਹ ਸੋਚ ਕੇ ਬੈਠ ਜਾਂਦਾ ਸੀ ਵੀ ਆਪਾਂ 90 ਦਿਨ 'ਚ ਕਰ ਦਈਏ, ਉਹ ਬਾਕੀਆਂ ਨੂੰ ਭੁੱਲ ਜਾਂਦਾ ਸੀ। ਜਿਹੜੀਆਂ ਪਿਛਲੀਆਂ ਰਿਪੋਰਟਾਂ ਨੇ ਉਹਨਾਂ 'ਤੇ ਬੜਾ ਰੌਲਾ ਪਊਗਾ ਵੀ ਕਿਉਂ ਲੇਟ ਹੁੰਦੀਆਂ ਨੇ, ਜਾਂ ਤੁਸੀਂ ਇੰਨੀ ਜਲਦੀ ਕਿਵੇਂ ਰਿਪੋਰਟ ਦੇਤੀ, ਲੋਕ ਚੈਲੰਜ ਨਾ ਕਰ ਦੇਣ ਵੀ ਨਹੀਂ ਜੀ ਇਹ ਤਾਂ ਮੈਂ ਕਹਿੰਦੀ ਇਹ ਮੇਰਾ ਹੈਡੇਕ ਹੈ, ਤੁਹਾਡਾ ਨਹੀਂ। ਪੁਲਿਸ ਵੱਲੋਂ ਵੀ ਡਾਕਟਰ ਸਾਹਿਬ ਉਹਦੇ ਵਿੱਚ ਜਿਹੜੀ ਦੇਰੀ ਸੀ ਉਹ ਕਿੰਨੇ ਕੁ % ਸੀ? ਪੁਲਿਸ ਵੱਲੋਂ ਜਿਹੜੀ ਦੇਰੀ ਸੀ ਤਕਰੀਬਨ 20% ਕੇਸਿਸ 'ਚ ਪੁਲਿਸ ਵਾਲੇ ਵੀ ਲੇਟ ਭੇਜਦੇ ਸੀ ਕੇਸ। ਸੋ ਇਸ ਕਰਕੇ ਜਿਹੜਾ ਸੀ ਉਹ 45 ਦਿਨ ਤੇ 42 ਦਿਨ ਤੇ ਆ ਗਿਆ। ਤਾਂ ਚੀਫ ਸੈਕਟਰੀ ਨੇ ਕਿਹਾ ਵੀ ਨਹੀਂ ਇਹ ਤਾਂ ਅਸੀਂ ਨਾਲ ਇਹ ਵੀ ਲਿਸਟ ਭੇਜਤੀ ਕਿ ਜੇ ਆ ਫਲਾਣੇ ਕੇਸ ਪੁਲਿਸ ਵਾਲਿਆਂ ਨੇ ਲੇਟ ਭੇਜੇ, ਸਬਮਿਟ ਕਰੇ ਹੋਏ ਨੇ। ਇਹ ਬੰਦਾ ਕ੍ਰਾਂਤੀਕਾਰੀ ਹੈ ਪੰਜਾਬ ਦੇ ਲਈ, ਜਿਹਨੇ ਰੈਵੋਲੂਸ਼ਨ ਲਿਆਂਦਾ ਕਿ ਭਾਈ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਟਾਈਮ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੀਦਾ। ਰਵਿੰਦਰ ਜੀ ਜਦੋਂ 25 ਦਿਨ ਤੇ ਜਾਂ 26 ਦਿਨ ਤੇ ਇਹਨਾਂ ਨੇ ਲੈ ਆਂਦਾ ਤਾਂ ਰਸਤੇ ਦੇ ਵਿੱਚ ਕਿੰਨੇ ਕੁ ਦਿਨ ਲੱਗ ਸਕਦੇ ਨੇ? ਉਹਦੇ ਰੇਟ ਪਈ ਹੁੰਦੀ ਸੀ, ਉਹਦੇ ਚ ਕੋਰਟਾਂ ਦੇ ਵਿੱਚ ਪੁਲਿਸ ਦੀ ਖਿਚਾਈ ਹੁੰਦੀ ਸੀ। ਫਿਰ ਜਿਹੜੇ ਐਕਸੀਡੈਂਟ ਕੇਸਿਸ ਸੀ ਜਿਨ੍ਹਾਂ ਦੀ ਡੈਥ ਹੋ ਗਈ ਜਾਂ ਅਦਰਵਾਈਜ਼ ਮਤਲਬ ਕਿਸੇ ਤਰੀਕੇ ਨਾਲ, ਉਹਨਾਂ 'ਚ ਵੀ ਇਹ ਇੱਕ ਸਵਾਲ ਖੜਾ ਹੋ ਜਾਂਦਾ ਸੀ ਕਿ ਜੀ ਇਹਨੇ ਡਰਾਈਵਿੰਗ ਕਰਨ ਲੱਗੇ ਇਹਨੇ ਤਾਂ ਦਾਰੂ ਪੀਤੀ ਹੋਈ ਸੀ। ਉਹਨਾਂ ਦਾ ਵੀ ਫਿਰ ਅਸੀਂ ਜਿਹੜਾ ਬਲੱਡ 'ਚੋਂ ਜਿਹੜਾ ਭੇਜਦੇ ਸੀ ਉਹਦੇ 'ਚੋਂ ਅਲਕੋਹਲ ਐਸਟੀਮੇਸ਼ਨ ਕਰਦੇ ਸੀ। ਜਿੱਦੇ ਮੈਂ ਜੁਆਇਨ ਕਰਿਆ ਨਾ, ਮੈਨੂੰ ਜਿਹੜੇ ਇੱਥੇ ਦੇ ਮੁਲਾਜ਼ਮ ਸੀ ਤੇ ਈਵਨ ਜਿਹੜੇ ਕਿ ਮੇਰੇ ਅਸਿਸਟੈਂਟ ਵੀ ਸੀ, ਉਹ ਬੜਾ ਕਹਿਣ ਕਿ ਜੀ ਸਰ ਇੱਥੇ ਤਾਂ ਬੜਾ ਪ੍ਰੈਸ਼ਰ ਪੈਂਦਾ, CM ਇੱਥੇ ਦਾ, ਸਰਦਾਰ ਲਾਲ ਸਿੰਘ ਇੱਥੇ ਦੇ ਨੇ, ਫਲਾਣਾ ਧਮਕਾ। 2-4 ਮਿੰਟ ਮੈਂ ਉਹਨਾਂ ਦੀ ਇੱਕ ਥੋੜੀ ਗਿਆ, ਮੁੜ ਕੇ ਮੈਂ ਕਿਹਾ ਮੈਂ ਬਕਵਾਸ ਨਾ ਕਰੋ, ਤੁਸੀਂ ਸਿੱਧੀ ਗੱਲ ਹੈ, ਤੁਹਾਨੂੰ ਕਹਿੰਦਾ ਹੋਊਗਾ ਕੋਈ, ਮੈਨੂੰ ਕਿਸੇ ਨੇ ਨਹੀਂ ਕਹਿਣਾ। ਜਿਹੜੇ ਕਿ ਖਾਸ ਕਰਕੇ ਜਿਹੜੀ ਡੌਰੀ ਡੈਥ ਦੇ ਕੇਸਿਸ ਜ਼ਿਆਦਾ ਆਉਂਦੇ ਨੇ, ਉਹਨਾਂ 'ਚ ਕਿੰਨੇ ਹੀ ਕੇਸ ਮਤਲਬ ਅਸੀਂ ਰਿਪੋਰਟ ਕਰੇ ਸੀ ਵੀ ਨਹੀਂ ਆਹ ਦੇਖੋ ਇਹ ਤਾਂ ਪੋਇਜ਼ਨ ਦੇ ਕੇ ਮਾਰੀ ਸੀ। ਤੇ ਸਜ਼ਾ ਦਾ ਵੀ ਕਿੰਨੀ ਕੁ ਸਜ਼ਾ ਹੋਈ ਕਿੰਨੀ ਕੁ ਨਾ, ਉਹ ਕਿਉਂਕਿ ਜਿਹੜਾ ਕੈਮੀਕਲ ਐਗਜ਼ਾਮੀਨਰ ਹੈ ਉਹਨੂੰ ਕੋਰਟ 'ਚ ਨਹੀਂ ਜਾਣਾ ਪੈਂਦਾ, ਉਹਦੀ ਰਿਪੋਰਟ ਇਟਸੈਲਫ ਫਾਈਨਲ ਮੰਨੀ ਜਾਂਦੀ ਹੈ, ਕੋਈ ਐਵੀਡੈਂਸ ਦੀ ਲੋੜ ਨਹੀਂ ਹੁੰਦੀ। ਪ੍ਰੈਸ਼ਰ ਇਨ ਦੀ ਸੈਂਸ ਪ੍ਰੈਸ਼ਰ ਪੋਲੀਟੀਕਲ ਪ੍ਰੈਸ਼ਰ ਨਹੀਂ ਪੈਂਦਾ ਸੀ ਮੇਰੇ 'ਤੇ। ਜਿਹੜੇ ਕਈ ਡਾਕਟਰ ਹੁੰਦੇ ਨੇ, ਤੁਹਾਨੂੰ ਪਤਾ ਵੀ ਸਾਰੇ ਹੀ ਇੱਥੇ ਜਿਹਨੂੰ ਮਰਜ਼ੀ ਹੱਥ ਲਾ ਲਓ, ਹਰ ਇੱਕ ਬੰਦਾ ਕਹਿੰਦਾ ਮੈਂ ਵਿਚੋਲਾ ਬਣ ਜਾਣਾ, ਠੀਕ ਹੈ। ਉਸ ਜ਼ਮਾਨੇ 'ਚ 2003 ਜਾਂ 4 ਦੀ ਗੱਲ ਹੈ, 10 ਲੱਖ ਰੁਪਈਆ ਮੇਰੇ ਕੋਲ ਬਹੁਤ ਹੁੰਦਾ ਸੀ ਰਿਕਵਰ। ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਸੀ ਕਿ 5 ਰੁਪਏ ਇਹਨਾਂ ਦਾ ਅਸਿਸਟੈਂਟ ਜਾਂ ਕੋਈ ਹੋਰ ਲੈਣ ਦੀ ਜ਼ਰੂਰਤ ਕਰ ਲੇ। ਤੇ ਡਾਕਟਰ ਸਾਹਿਬ ਇੱਕ ਥੋੜੀ ਜਿਹੀ ਹੋਰ ਗੱਲ ਦੱਸ ਦਿਓ ਕਿ ਤੁਹਾਡੇ ਕੀਤੇ ਹੋਏ ਜਿਹੜੇ ਇੱਥੋਂ ਦੇ ਕੇਸ ਸੀ ਚੈਲੰਜ ਵੀ ਹੋਏ ਨੇ ਕਿਸੇ ਨਾਲ? ਉਮਰਾਂ ਦੇ ਅਨੁਭਵ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਉਹ ਅਨੁਭਵ ਸਾਂਝੇ ਕਰਨੇ ਚਾਹਾਂਗੇ ਤੁਹਾਡੇ ਨਾਲ ਜਿਹੜੇ ਸ਼ਾਇਦ ਤੁਹਾਡੇ ਸਾਹਮਣੇ ਆਉਂਦੇ ਨੇ। ਕਈ ਤਰ੍ਹਾਂ ਦੀਆਂ ਗੱਲਾਂ ਤੁਸੀਂ ਉਹਨਾਂ ਚੀਜ਼ਾਂ ਬਾਰੇ ਸੁਣਦੇ ਹੋ, ਚਾਹੇ ਉਹ ਖਿਡਾਰੀ ਹੋਣ, ਚਾਹੇ ਕਿਸੇ ਵੀ ਫੀਲਡ ਦੇ ਸ਼ਖਸ ਹੋਣ, ਤੁਸੀਂ ਉਹਨਾਂ ਬਾਰੇ ਜਾਣਦੇ ਜ਼ਰੂਰ ਹੋ, ਜਾਂ ਮੈਂ ਕਹਿ ਸਕਦਾ ਕਿ ਉਹਨਾਂ ਨੂੰ ਪਛਾਣਦੇ ਜ਼ਰੂਰ ਹੋ। ਉਸ ਸਬਜੈਕਟ ਨੂੰ ਪਛਾਣਦਾ ਹਰ ਕੋਈ ਹੈ, ਪਰ ਉਹਨੂੰ ਡੂੰਘਾਈ ਦੇ ਨਾਲ ਜਦੋਂ ਜਾਣਨ ਦੀ ਗੱਲ ਆਉਂਦੀ ਹੈ ਤਾਂ ਤਜਰਬੇਕਾਰ ਲੋਕਾਂ ਦੀ ਜ਼ਰੂਰਤ ਪੈਂਦੀ ਹੈ। ਅਜਿਹੀ ਇੱਕ ਮਾਣਯੋਗ ਸ਼ਖਸ ਸਟੂਡੀਓ ਦੇ ਵਿੱਚ ਨੇ, ਡਾਕਟਰ DC ਸ਼ਰਮਾ ਜੀ। ਇਹ ਰਿਟਾਇਰ ਹੋਏ ਨੇ ਐਜ਼ ਕੈਮੀਕਲ ਐਗਜ਼ਾਮੀਨਰ। ਸਟੇਟ ਦੀ ਜਿਹੜੀ ਕੈਮੀਕਲ ਲੈਬ ਹੈ, ਜਿਹਨੂੰ ਅਸੀਂ ਆਮ ਕਹਿ ਦਿੰਦੇ ਹਾਂ ਜੀ ਵਿਸਰੇ ਦੀ ਰਿਪੋਰਟ ਹੋਣੀ ਹੈ ਜੀ, ਉਹ ਖਰੜ ਗਈ ਹੋਈ ਹੈ ਜੀ। ਪਹਿਲਾਂ ਉਹ ਲੈਬ ਪਟਿਆਲੇ ਹੁੰਦੀ ਸੀ ਅਤੇ 2002 ਤੋਂ ਲੈ ਕੇ 6-7 ਤੱਕ ਤਕਰੀਬਨ 4.5 ਸਾਲ ਡਾਕਟਰ ਸਾਹਿਬ ਨੇ ਉੱਥੇ ਸੇਵਾ ਕੀਤੀ ਹੈ। ਉਸ ਤੋਂ ਇਲਾਵਾ ਡਿਸਟ੍ਰਿਕਟ ਹੈਲਥ ਆਫਿਸਰ ਰਹੇ ਨੇ। ਅਤੇ ਇਹਨਾਂ ਨੂੰ ਅੱਜ ਅਸੀਂ ਸਪੈਸ਼ਲੀ ਸਰਦਾਰ ਜਸਪਾਲ ਸਿੰਘ ਢਿੱਲੋਂ ਹੋਰਾਂ ਨੇ ਇਹਨਾਂ ਨੂੰ ਇਨਵਾਈਟ ਕੀਤਾ ਆ ਕਿ ਤੁਸੀਂ ਆ ਕੇ ਦੀਵਾਲੀ ਤੋਂ ਪਹਿਲਾਂ, ਯਾਨੀ ਕਿ ਤਿਉਹਾਰਾਂ ਦੇ ਦਿਨਾਂ ਤੋਂ ਪਹਿਲਾਂ
ਮਠਿਆਈਆਂ ਦੇ ਵਿੱਚ ਜਿਹੜੀ ਮਿਲਾਵਟ ਹੁੰਦੀ ਆ ਜਾਂ ਨਕਲੀ ਖੋਆ ਹੁੰਦਾ ਆ, ਹੁਣ ਤੁਸੀਂ ਦੇਖੋਗੇ ਕਿ ਪੁਲਿਸ ਵਿਭਾਗ ਹੈਲਥ ਅਫਸਰਾਂ ਨੂੰ ਲੈ ਕੇ ਵੱਡੀ ਛਾਪੇਮਾਰੀ ਹੋਊਗੀ, ਕਈ ਹਲਵਾਈ ਫੜੇ ਜਾਣਗੇ, ਕਈ ਦੂਜੇ ਸਟੇਟਸ ਦੇ ਵਿੱਚੋਂ ਯੂਪੀ ਚੋਂ ਜਾਂ ਰਾਜਸਥਾਨ ਚੋਂ ਜਾਂ ਹਰਿਆਣੇ ਵੱਲੋਂ ਕਈ ਰੂਟਾਂ ਤੋਂ ਨਕਲੀ ਖੋਆ ਪੰਜਾਬ ਦੇ ਵਿੱਚ ਆਊਗਾ, ਕਿਉਂਕਿ ਇੱਥੇ ਵਿਕਦਾ ਬਹੁਤ ਹੈ। ਸੋ ਇਹ ਚੀਜ਼ਾਂ ਅਸੀਂ ਖਾਂਦੇ ਹਾਂ, ਸਾਡੇ ਸਰੀਰ 'ਤੇ ਕਿੰਨੀ ਕੁ ਹਾਨੀ ਹੁੰਦੀ ਹੈ ਇਹਨਾਂ ਚੀਜ਼ਾਂ ਦੀ, ਕਿੰਨਾ ਕੁ ਨੁਕਸਾਨ ਹੁੰਦਾ ਸਾਡੇ ਹਿਊਮਨ ਬਾਡੀ ਨੂੰ, ਇਹਨਾਂ ਤੋਂ ਡਾਕਟਰ ਸਾਹਿਬ ਚਾਨਣਾ ਪਾਉਣਗੇ ਤੇ ਮੇਰਾ ਸਾਥ ਦੇਣਗੇ ਸਰਦਾਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਹੋ ਕਿ ਇਹਨਾਂ ਦੇ ਸਵਾਲ ਤੇ ਇਹਨਾਂ ਦੇ ਸਬਜੈਕਟ ਲੋਕਾਂ ਦੇ ਹਿੱਤ ਦੇ ਵਿੱਚ ਹੀ ਹੁੰਦੇ ਨੇ। ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਸਵਾਗਤ ਹੈ ਜੀ, ਤੇ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਸਟੂਡੀਓ ਦੇ ਵਿੱਚ ਆਏ ਹੋ। ਡਾਕਟਰ ਸਾਹਿਬ, ਸਾਨੂੰ ਇਹ ਪਤਾ ਲੱਗਿਆ ਸੀ ਕਿ ਜਦੋਂ ਵਿਸਰਾ ਰਿਪੋਰਟਾਂ ਹੁੰਦੀਆਂ ਸੀ ਤੁਹਾਡੇ ਜਾਣ ਤੋਂ ਪਹਿਲਾਂ, ਤਾਂ 85 ਤੋਂ 90 ਦਿਨ ਲੱਗ ਜਾਂਦੇ ਸੀਗੇ ਰਿਪੋਰਟ ਪੇਸ਼ ਹੋਣ ਦੇ ਵਿੱਚ, ਤੇ ਜਦੋਂ ਤੁਸੀਂ ਗਏ ਹੋ ਤਾਂ 20-25 ਦਿਨ ਲੱਗਣ ਲੱਗ ਗਏ। ਉਹ ਗੈਪ ਤੁਸੀਂ ਕਵਰ ਕਿੱਦਾਂ ਕੀਤਾ ਤੇ ਉਹਦਾ ਆਮ ਲੋਕਾਂ ਨੂੰ ਫਾਇਦਾ ਕੀ ਹੋਇਆ? ਯਾਨੀ ਕਿ ਜਿਨ੍ਹਾਂ ਨੂੰ ਸਜ਼ਾ ਦਿਵਾਉਣੀ ਹੁੰਦੀ ਸੀਗੀ ਪੁਲਿਸ ਡਿਪਾਰਟਮੈਂਟ ਨੇ, ਉਹਨਾਂ ਨੂੰ ਸਜ਼ਾ ਮਿਲਣ ਲੱਗ ਗਈ, ਉਸ ਤੋਂ ਪਹਿਲਾਂ ਉਹਨਾਂ ਨੂੰ ਸਜ਼ਾ ਨਹੀਂ ਸੀ ਮਿਲਦੀ, ਉਹਦੇ ਕੋਈ ਕਾਨੂੰਨੀ ਦਾਅ ਪੇਚ ਸੀਗੇ। ਸੋ ਰੈਵੋਲੂਸ਼ਨ ਲਿਆਂਦਾ ਜੀ ਡਾਕਟਰ ਸਾਹਿਬ ਨੇ। ਡਾਕਟਰ ਸਾਹਿਬ, ਇਹ ਤਜਰਬਾ ਸਭ ਤੋਂ ਪਹਿਲਾਂ ਸਾਂਝਾ ਕਰਿਓ ਜੀ। ਸੋ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਇਹ ਪਬਲਿਕ ਇੰਟਰਸਟ ਦੀਆਂ ਗੱਲਾਂ ਵਾਸਤੇ ਮੈਨੂੰ ਇੱਥੇ ਬੁਲਾਇਆ। ਜਿਹੜਾ ਕੈਮੀਕਲ ਲੈਬੋਰਟਰੀ ਹੈ, ਉਸ 'ਚ ਮੇਨਲੀ ਦੋ ਚੀਜ਼ਾਂ ਟੈਸਟ ਹੁੰਦੀਆਂ ਨੇ। ਇੱਕ ਤਾਂ ਜਿਹੜਾ ਵਿਸਰਾ ਕੱਢ ਕੇ ਭੇਜਦੇ ਨੇ, ਜ਼ਿਆਦਾਤਰ ਕੇਸ ਉਸ ਦੇ ਹੁੰਦੇ ਨੇ ਜਿਨ੍ਹਾਂ ਦੀ ਡੈਥ ਦਾ ਕਾਜ਼ ਪਤਾ ਨਹੀਂ ਲੱਗਦਾ, ਅਦਰਵਾਈਜ਼ ਐਪਰੈਂਟ ਨਹੀਂ ਹੁੰਦਾ, ਸ਼ੱਕ ਕਰਿਆ ਜਾਂਦਾ ਕਿ ਪੁਆਇਜ਼ਨਿੰਗ ਹੋਈ ਹੈ। ਅਗਰ ਪੁਆਇਜ਼ਨ ਦੀ ਰਿਪੋਰਟ ਆ ਜਾਂਦੀ ਹੈ, ਉਹ ਫਿਰ ਉਹਦੇ ਵਾਸਤੇ ਕਿਸੇ ਹੋਰ ਐਵੀਡੈਂਸ ਦੀ ਲੋੜ ਨਹੀਂ ਰਹਿੰਦੀ ਹੈਗੀ ਜੀ, ਉਹ ਮਰਡਰ ਹੀ ਸਮਝਿਆ ਜਾਂਦਾ ਇੱਕ ਕਿਸਮ ਦਾ। ਸੋ ਇਸ ਕਰਕੇ ਜਿਹੜਾ ਪੁਆਇਜ਼ਨ ਦੀ ਉੱਥੇ ਰਿਪੋਰਟ, ਜਦੋਂ ਮੈਂ ਉੱਥੇ ਜੁਆਇਨ ਕਰਿਆ, ਉਦੋਂ ਉਸ ਮੌਕੇ ਜਿਹੜੀ ਕਿ ਕੈਮੀਕਲ ਲੈਬੋਰਟਰੀ ਸੀ ਜਿਹੜੀ ਇਹ ਪਟਿਆਲੇ ਹੁੰਦੀ ਸੀ, ਇੱਥੇ ਪੈਂਡੈਂਸੀ ਬਹੁਤ ਪਈ ਸੀ ਕੇਸਿਸ ਦੀ। ਤਕਰੀਬਨ 85 ਦਿਨਾਂ ਬਾਅਦ ਰਿਪੋਰਟ ਜਾਰੀ ਸੀ, ਕਈ 85 ਦਿਨਾਂ ਤੋਂ ਪੁਰਾਣੀਆਂ ਵੀ ਪਈਆਂ ਸੀ ਉੱਥੇ। ਤਾਂ ਮੈਨੂੰ ਸਰਕਾਰ ਨੇ ਸਪੈਸ਼ਲ ਬੁਲਾ ਕੇ ਪੁੱਛਿਆ ਸੀ ਪੋਸਟਿੰਗ ਕਰਨ ਤੋਂ ਪਹਿਲਾਂ ਕਿ ਵੀ ਆਪਾਂ ਇਸ ਨੂੰ ਲੈਬੋਰਟਰੀ ਨੂੰ ਸੈੱਟ ਕਰਨੀ ਹੈ। ਡੋਗਰਾ ਸਾਹਿਬ ਉਦੋਂ ਹੈਲਥ ਮਿਨਿਸਟਰ ਹੁੰਦੇ ਸੀ ਜੀ, ਕਿ ਤੁਸੀਂ ਕਰ ਸਕਦੇ ਹੋ ਕਿ ਨਹੀਂ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਆਈ ਵਿਲ ਟਰਾਈ, ਕਿਉਂਕਿ ਮੇਰੇ ਵਾਸਤੇ ਨਵਾਂ ਸਬਜੈਕਟ ਸੀ। ਉਸ ਤੋਂ ਬਾਅਦ ਮੈਂ ਜਿਹੜਾ ਆਉਂਦੇ ਹੀ ਜਿਹੜਾ ਇੱਕ ਕੰਮ ਕਰਿਆ ਕਿ ਉਹ ਸਾਰੀਆਂ ਜਿਹੜੇ ਪੁਰਾਣੀਆਂ ਫਾਈਲਾਂ ਸੀ, ਪਹਿਲਾਂ ਪੈਂਡਿੰਗ ਕੇਸ ਪਏ ਸੀ ਜਿਹੜੇ, ਉਹ ਕਢਾ ਲਏ, ਉਹਨਾਂ ਨੂੰ ਡਿਸਪੋਜ਼ ਆਫ ਕਰਨਾ ਸ਼ੁਰੂ ਕਰਤਾ ਕਿ ਵੀ ਲਓ ਜੀ, ਉਹ ਫਿਕਸ ਕਰਤੇ ਕਿ ਅੱਜ ਇੰਨੇ ਕੇਸ ਕਰਨੇ ਹੀ ਕਰਨੇ ਨੇ ਰਿਪੋਰਟ ਜੀ। ਕਿਉਂਕਿ ਉਸ 'ਤੇ ਜਿਹੜਾ ਕੋਈ ਸਿਰਫ ਜਿਹੜੀ ਇੱਥੇ ਲੈਬੋਰਟਰੀ 'ਚ ਪੁਆਇਜ਼ਨ ਹੈ ਜਾਂ ਨਹੀਂ, ਕਿਹੜੀ ਕਿਸਮ ਦੀ ਪੁਆਇਜ਼ਨ ਹੈ, ਆਮ ਕਾਮਨ ਜਿਹੜੀਆਂ ਕਾਮਨ ਪੁਆਇਜ਼ਨਸ ਹੁੰਦੀਆਂ ਸੀ, ਸਲਫਾਸ ਹੁੰਦੀ ਸੀ, ਆਹ ਜਿਹੜੀਆਂ ਕੀਟਨਾਸ਼ਕ ਦਵਾਈਆਂ ਹੁੰਦੀਆਂ ਨੇ, ਆਰਗੈਨੋਫਾਸਫੋਰਸ, ਕਲੋਰੋਫਾਸ, ਇਸ ਤਰ੍ਹਾਂ ਹੀ ਜਿਹੜੀ ਆ ਚੂਹੇ ਮਾਰਨ ਵਾਲੀ ਦਵਾਈ ਹੈ ਜ਼ਿੰਕ। ਯਾਨੀ ਕਿ ਇੰਨਾ ਕੁ ਟੈਸਟ ਕਰਨਾ ਹੁੰਦਾ ਸੀਗਾ ਕਿ ਕੋਈ ਐਡਾ ਲੰਬਾ ਚੌੜਾ ਕੰਮ ਨਹੀਂ ਹੁੰਦਾ ਸੀ। ਉਹ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕਿਉਂ ਪੈਂਡਿੰਗ ਪਏ ਰਹਿੰਦੇ ਸੀ ਇਹ, ਕਿ ਜਾਂ ਤਾਂ ਕੋ ਟਾਈਮ ਨਹੀਂ ਡਿਵੋਟ ਕਰਦੇ ਸੀ। ਫਿਰ ਉਸ 'ਚ ਕਈ ਕਾਰਨ ਹੋਰ ਵੀ ਸੀ। ਕਈ ਵਾਰੀ ਪੁਲਿਸ ਵਾਲੇ ਹੀ ਲੇਟ ਸਬਮਿਟ ਕਰਦੇ ਸੀ। ਇਹ 'ਚ ਹੁੰਦਾ ਕੀ ਹੈ ਕਿ ਜਿਹੜਾ ਕੋਰਟਾਂ ਵੱਲੋਂ ਇੱਕ ਲਿਮਿਟੇਸ਼ਨ ਹੈ ਕਿ ਜੀ 90 ਦਿਨ 'ਚ ਚਲਾਨ ਪੇਸ਼ ਹੋਣਾ ਚਾਹੀਦਾ ਜੀ। ਅਗਰ 90 ਦਿਨ 'ਚ ਚਲਾਨ ਨਹੀਂ ਪੇਸ਼ ਹੁੰਦਾ ਤਾਂ ਜਿਹੜਾ ਦੋਸ਼ੀ ਹੈ ਉਹਨੂੰ ਹੱਕ ਹੈ, ਰਾਈਟ ਹੈ ਕਿ ਉਹ ਬੇਲ ਵਾਸਤੇ ਅਪਲਾਈ ਕਰ ਸਕਦਾ ਤੇ ਕੋਰਟ ਉਹਨੂੰ ਬੇਲ ਦੇ ਸਕਦੀ ਹੈ, ਮਤਲਬ ਉਹਦਾ ਰਾਈਟ ਬਣ ਜਾਂਦਾ ਹੈ ਜੀ। ਅੱਛਾ, ਹਰ ਇੱਕ ਬੰਦਾ ਸੀ ਜਿਹੜਾ, ਜਿਵੇਂ ਇਸ 'ਚ ਪਹਿਲਾਂ ਪੁਲਿਸ ਵਾਲੇ ਸੈਂਪਲ ਲੈ ਕੇ ਆਉਂਦੇ ਨੇ, ਇੱਕ ਫੇਜ਼ ਹੋ ਗਿਆ ਇਹ। ਉਸ ਤੋਂ ਬਾਅਦ ਲੈਬੋਰਟਰੀ ਵਾਲੇ ਟੈਸਟ ਕਰਦੇ ਨੇ, ਸੈਕਿੰਡ ਫੇਜ਼ ਹੋ ਗਿਆ। ਫਿਰ ਲੈਬੋਰਟਰੀ 'ਚੋਂ ਪੁਲਿਸ ਦੇ ਰਾਹੀਂ ਜਿਹੜਾ ਬੰਦ ਲਿਫਾਫਾ ਜਿਹੜੇ ਮੈਡੀਕਲ ਅਫਸਰ ਨੇ ਪੋਸਟਮਾਰਟਮ ਕਰਿਆ ਸੀ ਉਹਦੇ ਕੋਲ ਜਾਂਦਾ, ਇੱਕ ਫੇਜ਼ ਇਹ ਹੋ ਗਿਆ।
ਯਾਨੀ ਕਿ 90 ਦਿਨਾਂ ਦਾ ਸਮਾਂ ਟਪਾਉਣਾ ਹੁੰਦਾ ਸੀ, ਉਹ ਡੰਗ ਟਪਾਉਣਾ ਹੁੰਦਾ ਉਹ ਸੀ। ਜਿਹੜਾ ਇਸ ਤਰ੍ਹਾਂ ਹੀ ਜਿਹੜਾ ਮੈਡੀਕਲ ਅਫਸਰ ਹੈ ਉਹ ਤੇ ਆਪਣਾ ਓਪੀਨੀਅਨ ਦਿੰਦਾ ਕਿ ਕਾਜ਼ ਆਫ ਡੈਥ ਕੀ ਹੋ ਸਕਦਾ ਹੈ। ਫਿਰ ਉਸ ਤੋਂ ਬਾਅਦ ਜਿਹੜਾ ਸੀ ਕਿ ਚਲਾਨ ਪੇਸ਼ ਹੁੰਦਾ ਹੈ। ਇਹ ਸਾਰੀ ਪ੍ਰੋਸੈਸ 90 ਦਿਨ 'ਚ ਕੰਪਲੀਟ ਕਰਨੀ ਹੁੰਦੀ ਹੈ। ਹਰ ਇੱਕ ਬੰਦਾ ਇਹ ਸੋਚ ਕੇ ਬੈਠ ਜਾਂਦਾ ਸੀ ਵੀ ਆਪਾਂ 90 ਦਿਨ 'ਚ ਕਰ ਦਈਏ, ਉਹ ਬਾਕੀਆਂ ਨੂੰ ਭੁੱਲ ਜਾਂਦਾ ਸੀ। ਉਹਦਾ ਰਿਜ਼ਲਟ ਇਹ ਹੁੰਦਾ ਸੀ ਕਿ ਕਈ ਲੋਕੀ ਬੇਲ ਆਊਟ ਹੋ ਜਾਂਦੇ ਸੀ ਜੀ। ਤਾਂ ਮੈਂ ਉਹ ਹੌਲੀ ਹੌਲੀ ਕਰਕੇ ਇਨ ਦੀ ਮੀਨ ਟਾਈਮ ਪੁਲਿਸ ਡਿਪਾਰਟਮੈਂਟ ਨੇ ਮੂਵ ਕਰਤਾ ਚੀਫ ਸੈਕਟਰੀ ਨੂੰ ਕਿ ਜੀ ਸਾਡੇ ਕੇਸ ਫੇਲ ਹੋ ਜਾਂਦੇ ਨੇ, ਕਿਉਂਕਿ ਕੈਮੀਕਲ ਲੈਬੋਰਟਰੀ ਜਿਹੜੀ ਰਿਪੋਰਟ ਲੇਟ ਦਿੰਦੀ ਹੈ। ਜੀ। ਸੋ ਇਸ ਕੰਟੈਕਸਟ 'ਚ ਕੁਝ ਪੰਜਾਬ ਦੇ ਵਜ਼ੀਰਾਂ ਨੇ ਇਨਕਲੂਡਿੰਗ ਹੈਲਥ ਮਿਨਿਸਟਰ ਮੈਨੂੰ ਬੁਲਾਇਆ ਸੀ ਕਿ ਆਪਾਂ ਇਹ ਲੈਬੋਰਟਰੀ ਤਾਂ ਹੈਲਥ ਡਿਪਾਰਟਮੈਂਟ ਕੋਲ ਹੀ ਰੱਖਣੀ ਹੈ ਅਤੇ ਇਹਨੂੰ ਸੈੱਟ ਕਿਵੇਂ ਕਰਿਆ ਜਾ ਸਕਦਾ, ਤੁਸੀਂ ਕੋਸ਼ਿਸ਼ ਕਰੋ। ਮੈਂ ਕਿਹਾ ਜੀ ਠੀਕ ਹੈ, ਕਰ ਲੈਂਦੇ ਹਾਂ। ਉਦੋਂ ਬਾਅਦ ਉਹ 6 ਮਹੀਨੇ ਬਾਅਦ ਫਿਰ ਮੀਟਿੰਗ ਹੋਈ ਚੀਫ ਸੈਕਟਰੀ ਦੀ। ਫਿਰ ਉਹਨਾਂ ਨੇ ਮੇਰੇ ਤੋਂ ਡੇਟਾ ਲਿਆ। ਅਸੀਂ ਉਸ 'ਚ 2 ਕਿਸਮ ਦਾ ਡੇਟਾ ਦਿੱਤਾ। ਇੱਕ ਤਾਂ 22 ਦੀ ਟਾਈਮ, ਉਹ 85 ਦਿਨ ਤੋਂ ਉਦੋਂ ਜਦੋਂ ਮੇਰੇ ਯਾਦ ਹੈ ਉਹ ਮੀਟਿੰਗ ਹੋਈ ਸੀ 6 ਮਹੀਨੇ ਬਾਅਦ, ਇਹ ਕੋਈ 42-43 ਦਿਨ 'ਤੇ ਆ ਗਈ ਸੀ ਜੀ। ਅਤੇ ਉਦੋਂ ਮੈਨੂੰ ਕਈ ਬੰਦੇ ਨੇ ਕਿਹਾ ਵੀ ਜਿਹੜੇ ਉੱਥੇ ਮੁਲਾਜ਼ਮ ਸੀ ਕਿ ਸਰ ਇਹ ਤਾਂ ਜਿਹੜੀਆਂ ਪਿਛਲੀਆਂ ਰਿਪੋਰਟਾਂ ਨੇ ਉਹਨਾਂ 'ਤੇ ਬੜਾ ਰੌਲਾ ਪਊਗਾ ਵੀ ਕਿਉਂ ਲੇਟ ਹੁੰਦੀਆਂ ਨੇ, ਜਾਂ ਤੁਸੀਂ ਇੰਨੀ ਜਲਦੀ ਕਿਵੇਂ ਰਿਪੋਰਟ ਦੇਤੀ, ਲੋਕ ਚੈਲੰਜ ਨਾ ਕਰ ਦੇਣ ਵੀ ਨਹੀਂ ਜੀ ਇਹ ਤਾਂ। ਮੈਂ ਕਹਿੰਦਾ ਇਹ ਮੇਰਾ ਹੈਡੇਕ ਹੈ, ਤੁਹਾਡਾ ਨਹੀਂ। ਪੁਲਿਸ ਵੱਲੋਂ ਵੀ ਡਾਕਟਰ ਸਾਹਿਬ ਉਹਦੇ ਵਿੱਚ ਜਿਹੜੀ ਦੇਰੀ ਸੀ ਉਹ ਕਿੰਨੇ ਕੁ % ਸੀ? ਪੁਲਿਸ ਵੱਲੋਂ ਜਿਹੜੀ ਦੇਰੀ ਸੀ ਤਕਰੀਬਨ 20% ਕੇਸਿਸ 'ਚ ਪੁਲਿਸ ਵਾਲੇ ਵੀ ਲੇਟ ਭੇਜਦੇ ਸੀ ਕੇਸ। ਸੋ ਇਸ ਕਰਕੇ ਜਿਹੜਾ ਸੀ ਉਹ 45 ਦਿਨ ਤੇ 42 ਦਿਨ ਤੇ ਆ ਗਿਆ ਜੀ। ਤਾਂ ਚੀਫ ਸੈਕਟਰੀ ਨੇ ਕਿਹਾ ਵੀ ਨਹੀਂ ਇਹ ਤਾਂ ਅਸੀਂ ਨਾਲ ਇਹ ਵੀ ਲਿਸਟ ਭੇਜਤੀ ਕਿ ਜੀ ਆ ਫਲਾਣੇ ਕੇਸ ਪੁਲਿਸ ਵਾਲਿਆਂ ਨੇ ਲੇਟ ਭੇਜੇ, ਸਬਮਿਟ ਕਰੇ ਹੋਏ ਨੇ। 6 ਮਹੀਨੇ ਦਾ ਡੇਟਾ ਕਢਾ ਲਿਆ ਮੈਂ। ਉਸ 'ਚ ਪੁਲਿਸ ਵਾਲਿਆਂ ਦੀ ਖਿਚਾਈ ਵੀ ਹੋਈ। ਸਾਡੀ ਲੈਬੋਰਟਰੀ ਨੂੰ ਵੀ ਇਹ ਪੁੱਛਿਆ ਗਿਆ ਵੀ ਤੁਹਾਨੂੰ ਕੋਈ ਹੋਰ ਸਮਾਨ ਚਾਹੀਦਾ ਹੈ, ਕੁਛ ਲੈਣਾ ਹੈ ਤੁਸੀਂ, ਕੋਈ ਇੰਪਰੂਵਮੈਂਟ। ਫਿਲਹਾਲ ਅਸੀਂ ਕਿਹਾ ਵੀ ਜਿਹੜਾ ਜਿੱਥੇ ਤੱਕ ਲੀਗਲ ਆਸਪੈਕਟ ਹੈ ਉਹਦੇ ਵਾਸਤੇ ਸਾਨੂੰ ਕੋਈ ਹੋਰ ਸਮਾਨ ਚਾਹੀਦਾ ਨਹੀਂ, ਇੰਨੇ ਬਜਟ 'ਚ ਹੀ ਬਹੁਤ ਹੈ ਸਾਨੂੰ, ਨਾ ਹੀ ਫਾਲਤੂ ਬੰਦਿਆਂ ਦੀ ਲੋੜ ਹੈ। ਪਰ ਫਿਰ ਵੀ ਅਸੀਂ ਜਿਹੜਾ ਸੀ ਇੱਕ ਮੈਂ ਕਿਹਾ ਵੀ ਇਸ 'ਚ ਕੁਆਂਟੀਟੀ ਐਸਟੀਮੇਟ ਨਹੀਂ ਹੁੰਦੀ ਜੀ। ਪੋਜ਼ੀਟਿਵ ਨੈਗੇਟਿਵ ਤਾਂ ਹੋ ਜਾਂਦਾ ਹੈ। ਜੇ ਕਿਸੇ ਪੋਇਜ਼ਨ ਦੀ ਕੁਆਂਟੀਟੀ ਐਸਟੀਮੇਟ ਕਰਨੀ ਹੋਵੇ ਵੀ ਕਿੰਨੀ ਕੁਆਂਟੀਟੀ ਚਾਹੀਦੀ ਹੈ, ਇਹਦੇ ਵਾਸਤੇ ਇੱਕ ਹਾਈ ਪਰਫਾਰਮੈਂਸ ਲਿਕੁਇਡ ਕ੍ਰੋਮੈਟੋਗ੍ਰਾਫੀ ਮਸ਼ੀਨ ਹੁੰਦੀ ਹੈ, ਉਹ ਲੈ ਦਿਓ। ਖੈਰ ਉਹ ਕੇਸ ਮੂਵ ਚੱਲਦਾ ਰਿਹਾ, ਬਜਟ ਵੀ ਸੈਂਕਸ਼ਨ ਹੋ ਗਿਆ ਸੀ। ਫਿਰ ਉਹ ਪਰਚੇਜ਼ ਵੀ ਹੋ ਗਈ ਸੀ। ਪਰ ਇਨ ਦੀ ਮੀਨ ਟਾਈਮ ਫਿਰ ਉਹਨਾਂ ਨੇ ਸੋਚਿਆ ਵੀ ਜਿਹੜੀ ਆਪਾਂ ਗੱਲ ਕਰਦੇ ਸੀ ਫੂਡ ਦੀ ਜੀ, ਉਹ ਕਹਿੰਦੇ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ ਤੇ ਫਾਰ ਦੀ ਟਾਈਮਿੰਗ ਇਸ ਸਾਲ ਇਹਨਾਂ ਨੂੰ ਦੇ ਦਿਓ। ਮੈਂ ਕਿਹਾ ਦੇ ਦਿਓ, ਠੀਕ ਹੈ, ਇਹਨਾਂ ਦੀ ਵਾਕਈ ਜ਼ਿਆਦਾ ਲੋੜ ਹੈ, ਇਹਨਾਂ ਕੋਲ ਸੈਂਪਲ ਵੀ ਜ਼ਿਆਦਾ ਆਉਂਦੇ ਨੇ, ਇੱਥੇ ਰੌਲਾ ਵੀ ਜ਼ਿਆਦਾ ਪੈਂਦਾ। ਉਹ ਉਦੋਂ ਚਲੀ ਗਈ ਸੀ। ਫਿਰ ਦੁਬਾਰਾ ਜਿਹੜੀ ਹਾਈ ਉਹ ਮਸ਼ੀਨ ਹੈ ਨਾ ਮੇਰੇ ਟ੍ਰਾਂਸਫਰ ਹੋਣ ਤੋਂ ਬਾਅਦ ਨੈਕਸਟ ਈਅਰ ਆਈ ਸੀ ਇੱਥੇ। ਜੀ ਜੀ ਜੀ। ਜਿੱਦਾਂ ਮੈਂ ਛੱਡ ਕੇ ਗਿਆ ਲੈਬੋਰਟਰੀ, ਉਹ ਜਦੋਂ ਮੇਰੀ ਟ੍ਰਾਂਸਫਰ ਹੋਈ ਹੈ ਐਜ਼ DHO, ਤਾਂ ਉਹ ਜਿਹੜੀ ਮਤਲਬ ਅਸੀਂ ਉਦੋਂ 25 ਜਾਂ 26 ਦਿਨ ਬਾਅਦ ਰਿਪੋਰਟ ਦੇ ਦਿੰਦੇ ਸੀ। ਯਾਨੀ ਕਿ ਮਤਲਬ ਜਿਹੜੀ ਕਿ ਸਾਰੀ ਪ੍ਰੋਸੈਸ ਹੈ। ਅਸੀਂ ਪੁਲਿਸ ਵਾਲਿਆਂ ਨੂੰ ਵੀ SSP ਨੂੰ ਚਿੱਠੀ ਕੱਢੀ ਸੀ ਕਿ ਜੀ ਆਪਣੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਕਿਹਾ ਜਾਵੇ ਜੀ ਕਿ ਜਿਹੜੀ ਕਿ ਵਿਦਿਨ 1 ਵੀਕ ਹਰ ਹਾਲਤ 'ਚ ਉਹ ਸੈਂਪਲ ਸਬਮਿਟ ਕਰ ਦੇਣ। ਉਹਦਾ ਅਸਰ ਪਿਆ ਜੀ ਫਿਰ? ਹਾਂ, ਉਹਦਾ ਅਸਰ ਬਹੁਤ ਪੈ ਗਿਆ। ਮੈਨੂੰ ਲੱਗਦਾ ਜਿਹੜਾ ਕੁਝ ਇਹਨਾਂ ਨੇ ਇੱਕ ਕ੍ਰਾਂਤੀ ਲਿਆਂਦੀ ਹੈ, ਮੁਲਜ਼ਮ ਜਿਹੜੇ ਸੀਗੇ, ਚਾਹੇ ਉਹ ਸੁਸਾਈਡ ਨੂੰ ਉਤਸ਼ਾਹਿਤ ਕਰਨ ਵਾਲੇ ਮੁਲਜ਼ਮ ਸੀਗੇ, ਚਾਹੇ ਕੋਈ ਕਤਲ ਕਰਨ ਵਾਲੇ ਮੁਲਜ਼ਮ ਸੀਗੇ ਜ਼ਹਿਰ ਦੇ ਕੇ, ਜਿੱਦਾਂ ਪੰਜਾਬ ਦੇ ਵਿੱਚ ਨੂਹਾਂ ਨੂੰ ਮਾਰਿਆ ਜਾਂਦਾ ਸੀ ਜ਼ਹਿਰ ਦੇ ਕੇ। ਸੋ ਇਹ ਬੰਦਾ ਕ੍ਰਾਂਤੀਕਾਰੀ ਹੈ ਪੰਜਾਬ ਦੇ ਲਈ, ਜਿਹਨੇ ਰੈਵੋਲੂਸ਼ਨ ਲਿਆਂਦਾ ਕਿ ਭਾਈ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਟਾਈਮ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੀਦਾ। ਰਵਿੰਦਰ ਜੀ, ਜਦੋਂ 25 ਦਿਨ ਤੇ ਜਾਂ 26 ਦਿਨ ਤੇ ਇਹਨਾਂ ਨੇ ਲੈ ਆਂਦਾ ਤਾਂ ਰਸਤੇ ਦੇ ਵਿੱਚ ਕਿੰਨੇ ਕੁ ਦਿਨ ਲੱਗ ਸਕਦੇ ਨੇ? ਉਹਦੇ ਡੇਟ ਪਈ ਹੁੰਦੀ ਸੀ, ਉਹਦੇ 'ਚ ਕੋਰਟਾਂ ਦੇ ਵਿੱਚ ਪੁਲਿਸ ਦੀ ਖਿਚਾਈ ਹੁੰਦੀ ਸੀ ਕਿ ਜਿਹੜੀ ਚੀਫ ਆਪਣਾ ਕੈਮੀਕਲ ਐਗਜ਼ਾਮੀਨਰ ਵੱਲੋਂ ਜਦੋਂ ਤੁਹਾਨੂੰ 25 ਦਿਨਾਂ ਬਾਅਦ ਰਿਪੋਰਟ ਦਿੱਤੀ ਹੈ ਤੇ ਤੁਸੀਂ 50 ਦਿਨ ਕਿੱਥੇ ਲੱਖੀ ਫਿਰਦੇ ਰਹੇ ਹੋ। ਉਹ ਤਾਂ ਮੈਂ ਦੇਖਿਆ ਕੋਰਟਾਂ ਦੇ ਵਿੱਚ ਜੱਜ ਉਹਨਾਂ ਨੂੰ ਪੈ ਜਾਂਦੇ ਸੀ ਕਿ ਪਹਿਲਾਂ ਕਿਉਂ ਨਾ ਤੁਸੀਂ ਇਹ ਰਿਪੋਰਟ ਦਿੱਤੀ। ਕਈਆਂ ਨੂੰ ਉਹਦੇ 'ਤੇ ਸਜ਼ਾ ਵੀ ਹੋਈ ਹੈ ਜੀ। ਤੇ ਡਾਕਟਰ ਸਾਹਿਬ ਹੋਰ ਕਿਸ ਤਰ੍ਹਾਂ ਦੇ ਕੇਸ ਉਸ ਲੈਬ ਦੇ ਵਿੱਚ ਆਉਂਦੇ ਸੀਗੇ? ਦੇਖੋ ਮੇਨਲੀ ਉਸ 'ਚ ਜਿਹੜਾ ਹੈਗਾ ਪੋਇਜ਼ਨ ਦੇ ਜਿਹੜੇ ਇੱਕ ਤਾਂ ਵਿਸਰੇ ਦੇ ਆਉਂਦੇ ਸੀ, ਦੂਜਾ ਜਿਸ ਤਰ੍ਹਾਂ ਕਈਆਂ ਨੂੰ ਜਿਵੇਂ ਕਿਸੇ ਨੇ ਦਵਾਈ ਪੀ ਲਈ
ਜਾਂ ਦੇਤੀ ਜ਼ਬਰਦਸਤੀ, ਜਿਨ੍ਹਾਂ ਦਾ ਕਿ ਗੈਸਟ੍ਰਿਕ ਇਲਾਜ ਕੱਢ ਕੇ ਉਹ ਲੋਕ ਐਮਰਜੈਂਸੀ ਵਾਲੇ ਕਰ ਲੈਂਦੇ ਸੀ, ਉਹ ਕੇਸ ਆਉਂਦੇ ਸੀ। ਤੀਜੇ ਸਾਡੇ ਕੋਲ ਆਉਂਦੇ ਸੀ ਜਿਹੜਾ ਪੁਲਿਸ ਵਾਲੇ ਫੜ ਲੈਂਦੇ ਸੀ ਸ਼ਰਾਬ ਪੀਤੀ ਹੋਈ ਹੈ ਜਿਨ੍ਹਾਂ ਨੇ, ਉਹਨਾਂ ਦੇ ਸੈਂਪਲ ਲੈ ਕੇ ਅਲਕੋਹਲ ਐਸਟੀਮੇਸ਼ਨ ਵਾਸਤੇ ਆਉਂਦੇ ਹੁੰਦੇ ਸੀ ਜੀ। ਫਿਰ ਜਿਹੜੇ ਐਕਸੀਡੈਂਟ ਕੇਸਿਸ ਸੀ, ਜਿਨ੍ਹਾਂ ਦੀ ਡੈਥ ਹੋ ਗਈ ਜਾਂ ਅਦਰਵਾਈਜ਼ ਮਤਲਬ ਕਿਸੇ ਤਰੀਕੇ ਨਾਲ, ਉਹਨਾਂ 'ਚ ਵੀ ਇਹ ਇੱਕ ਸਵਾਲ ਖੜਾ ਹੋ ਜਾਂਦਾ ਸੀ ਕਿ ਜੀ ਇਹਨੇ ਡਰਾਈਵਿੰਗ ਕਰਨ ਲੱਗੇ ਇਹਨੇ ਤਾਂ ਦਾਰੂ ਪੀਤੀ ਹੋਈ ਸੀ। ਉਹਨਾਂ ਦਾ ਵੀ ਫਿਰ ਅਸੀਂ ਜਿਹੜਾ ਬਲੱਡ 'ਚੋਂ ਜੀ ਜਿਹੜਾ ਭੇਜਦੇ ਸੀ ਉਹਦੇ 'ਚੋਂ ਅਲਕੋਹਲ ਐਸਟੀਮੇਸ਼ਨ ਕਰਦੇ ਸੀ। ਇੱਕ ਤਾਂ ਮੇਨਲੀ ਇਹ ਹੁੰਦਾ ਸੀ। ਦੂਜਾ ਕੁਛ ਜ਼ਿਲ੍ਹਿਆਂ ਦੇ ਸਾਡੇ ਕੋਲ ਐਕਸਾਈਜ਼ ਦੇ ਕੇਸ ਹੁੰਦੇ ਸੀ, ਅਫੀਮ, ਸ਼ਰਾਬ, ਉਹ ਜਿਹੜੀ ਐਕਸਾਈਜ਼ ਵਾਲੇ ਫੜਦੇ ਸੀ, ਜੀ ਉਹ ਟੈਸਟ ਹੋਣ ਵਾਸਤੇ ਆਉਂਦੇ ਸੀ ਵੀ ਇਹ ਦੇਖੋ ਇਹ 'ਚ ਕੀ ਹੈ। ਜਾਂ ਪਾਊਡਰ ਫੜਦੇ ਸੀ ਪੁਲਿਸ ਵਾਲੇ, ਇਹ ਜਿਹੜੇ ਇਹ ਸਮੈਕ ਵਗੈਰਾ, ਜੀ ਇਹਨਾਂ ਦੀ ਕਿ ਉਹ ਦੇਖਦੇ ਸੀ ਅਸੀਂ ਵੀ ਕੁਆਂਟੀਟੀ ਇਸ 'ਚ ਮੋਰਫੀਨ ਦੀ ਜਾਂ ਉਹਨਾਂ ਦੀ ਕਿ ਕੀ ਐਕਚੁਅਲ ਹੈਗੀ ਹੈ ਕਿ ਪਾਊਡਰ ਹੀ ਹੈ ਸਿੰਪਲ ਇਹ। ਜੀ 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 ਜਾਂ ਕਈ ਵਾਰੀ ਜਿਹੜੀਆਂ ਸੀ ਉਹ ਟੈਬਲੇਟਸ ਦਾ ਪਾਊਡਰ ਆ ਜਾਂਦਾ ਸੀ, ਉਹ ਵੀ ਅਸੀਂ ਮਤਲਬ ਉਹ ਦੇਖਦੇ ਸੀ ਵੀ ਕੀ ਹੋ ਸਕਦਾ ਹੈ। ਜੀ ਪਰ ਉਹ 3-4 ਜ਼ਿਲ੍ਹਿਆਂ ਦੇ ਹੁੰਦੇ ਸੀ, ਬਾਕੀ ਉਦੋਂ ਅੰਮ੍ਰਿਤਸਰ ਲੈਬ ਹੁੰਦੀ ਸੀ, ਇੱਕ ਹੋਰ ਇੱਕ ਉਹ ਥਾਂ ਤੇ ਹੁੰਦੀ ਸੀ, ਉੱਥੇ ਜਾਂਦੇ ਸੀ ਬਾਕੀਆਂ ਦੇ। ਜਿੰਨੇ ਜ਼ਿਲ੍ਹਿਆਂ ਦੇ ਤੁਹਾਡੇ ਕੋਲੇ ਟੈਸਟ ਆਉਂਦੇ ਸੀ ਸਾਡੇ ਕੋਲ ਜਿਹੜਾ ਸੀ ਮਤਲਬ ਵਿਸਰਾ ਸਾਰੇ ਪੰਜਾਬ ਦਾ ਹੁੰਦਾ ਸੀ, ਜੀ। ਤੇ ਚੰਡੀਗੜ੍ਹ ਦਾ ਵੀ ਉਦੋਂ ਇੱਥੇ ਹੀ ਆਉਂਦਾ ਹੁੰਦਾ ਸੀ। ਤੇ ਡਾਕਟਰ ਸਾਹਿਬ ਕੋਈ ਜਿਹੜਾ ਨਸ਼ਾ ਫੜਿਆ ਜਾਂਦਾ ਸੀ ਕਿਸ ਤਰੀਕੇ ਦਾ ਫੜਿਆ ਜਾਂਦਾ ਸੀ ਪੰਜਾਬ 'ਚ? ਕੀ ਤੁਹਾਡਾ ਐਕਸਪੀਰੀਅੰਸ ਹੈ? ਉਹ ਸੱਚਮੁੱਚ ਪਾਊਡਰ ਹੀ ਹੁੰਦਾ ਸੀ ਜਾਂ ਜ਼ਿਆਦਾ ਨਸ਼ੇ ਦੀ ਮਾਤਰਾ ਆ ਹੈਰੋਇਨ ਦੇ ਵਿੱਚ, ਸਮੈਕ ਦੇ ਵਿੱਚ ਜਾਂ ਅਫੀਮ ਦੇ ਵਿੱਚ? ਕਿਸ ਤਰ੍ਹਾਂ ਦਾ, ਜਾਂ ਸਿੰਥੈਟਿਕ ਨਸ਼ਾ ਆ ਉਹ? ਨਹੀਂ, ਜਿਹੜਾ ਉਦੋਂ ਉਸ ਟਾਈਮ ਤੇ ਆਉਂਦਾ ਸੀ ਨਾ, ਉਹ ਜ਼ਿਆਦਾਤਰ ਭੁੱਕੀ, ਫੀਮ ਤੇ ਜਿਹੜੇ ਸਿੰਥੈਟਿਕ ਜਿਹੜੇ ਸਮੈਕ ਸਮੂਕ ਆਉਂਦੀ ਸੀ, ਭੰਗ ਭੁੰਗ ਵਗੈਰਾ ਵੀ ਆ ਜਾਂਦੇ ਸੀ ਕਦੇ। ਆਮ ਤੌਰ ਤੇ ਜਿਹੜਾ ਕਿ ਹੁੰਦਾ ਸੀ, ਕਿਉਂਕਿ ਇਸ 'ਚ ਮੋਰਫਿਨ ਦੀ ਕੁਆਂਟੀਟੀ ਐਸਟੀਮੇਟ ਕਰਦੇ ਨੇ ਫੀਮ 'ਚ, ਉਹ ਕੋਈ ਜਿਹੜੀ ਕਿ ਨਾਰਮਲ ਕੁਆਂਟੀਟੀ ਜਿੰਨੀ ਫੀਮ 'ਚ ਹੋਣੀ ਚਾਹੀਦੀ ਹੈ ਨਾ, ਉਨੀ ਨਹੀਂ ਹੁੰਦੀ ਸੀ ਉਸ 'ਚ। ਉਹ ਪਤਾ ਨਹੀਂ ਕਿਹੜੇ ਲੈਵਲ ਤੇ ਕਿ ਐਡਲਟਰੇਟ ਹੋਈ ਹੁੰਦੀ ਸੀ, ਪਰ ਉਹ ਇੰਨੀ ਕੁ ਕੁਆਂਟੀਟੀ ਹੁੰਦੀ ਸੀ ਵੀ ਉਹ ਐਸਟੀਮੇਟ ਹੋ ਜਾਂਦੀ ਸੀ ਵੀ ਹਾਂ ਫੀਮ ਹੈ ਇਹ, ਜੀ ਉਸ ਰੇਂਜ 'ਚ ਆ ਜਾਂਦੀ ਸੀ। ਜਿਵੇਂ ਉਹ 10 ਮਿਲੀਗ੍ਰਾਮ ਕਹਿੰਦੇ ਨੇ ਹੋਣੀ ਚਾਹੀਦੀ, ਉਹ ਹੁੰਦੀ ਨਹੀਂ ਸੀ 10 ਮਿਲੀਗ੍ਰਾਮ %। ਆਮ ਤੌਰ ਤੇ 3, 4, 5। ਤੇ ਬਾਕੀ ਫਿਰ ਉਹਦੇ 'ਚ ਕੀ ਮਿਕਸ ਕੀਤਾ ਹੁੰਦਾ ਹੈ ਜੀ ਇਹਨਾਂ ਨੇ? ਬਾਕੀ ਤਾਂ ਜਿਹੜੇ ਇਨਰਟ ਸਬਸਟੈਂਸਸ ਹੁੰਦੇ ਨੇ, ਗੁੜ ਮਿਕਸ ਕਰਤਾ, ਚਾਕਲੇਟ ਮਿਕਸ ਕਰਤਾ, ਇੰਨੀਆਂ ਚੀਜ਼ਾਂ ਮਿਕਸ ਕਰੀਆਂ ਹੁੰਦੀਆਂ ਸੀ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਦੱਸਿਆ ਹਾਂ ਕਿ ਜਿਹੜਾ ਕਿਸੇ ਨੂੰ ਜ਼ਹਿਰ ਦਿੱਤੀ ਗਈ, ਉਹ ਵੀ ਪਤਾ ਲੱਗ ਜਾਂਦਾ ਸੀ ਕਿ ਜ਼ਹਿਰ ਆਪਣੇ ਆਪ ਪੀਤੀ ਗਈ ਹੈ ਜਾਂ ਧੱਕੇ ਨਾਲ ਦਿੱਤੀ ਗਈ ਹੈ? ਨਹੀਂ, ਉਹ ਨਹੀਂ ਇਸ 'ਚ ਪਤਾ ਲੱਗਦਾ ਵਿਸਰੇ 'ਚ। ਹਾਂਜੀ। ਜਿਹੜਾ ਉਹ ਫੀਲਡ ਸੀ ਨਾ, ਉਹ ਵੀ ਇਹ ਧੱਕੇ ਨਾਲ ਦਿੱਤੀ ਹੋਈ ਹੈ ਜਾਂ ਮਤਲਬ ਇਹ ਆਪਣੇ ਆਪ ਲਈ ਹੈ, ਉਹ ਜਿਹੜਾ ਬੰਦਾ ਪੋਸਟਮਾਰਟਮ ਕਰਦਾ ਸੀ ਉਹ ਤੇ ਡਿਪੈਂਡ ਕਰਦਾ ਸੀ ਵੀ ਉਹਨੇ ਕੋਈ ਇੰਜਰੀ ਮਾਰਕ ਦੇਖੇ ਨੇ ਕਿ ਨਹੀਂ ਦੇਖੇ, ਕਿ ਕੀ ਹੈ ਕੀ ਨਾ, ਜੀ ਉਸ ਤੇ ਡਿਪੈਂਡ ਕਰਦਾ ਸੀ। ਜੀ ਜਾਂ ਕਈ ਵਾਰੀ ਸ਼ਰਾਬ 'ਚ ਪਾ ਕੇ ਦੇ ਦਿੰਦੇ ਸੀ। ਉਹੇ ਜਿਹੇ ਕੇਸ ਸਾਡੇ ਕੋਲ ਆਏ ਨੇ। ਜੀ ਢਿੱਲੋਂ ਸਾਹਿਬ, ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਖਾਣ ਪੀਣ ਦੀਆਂ ਵਸਤਾਂ ਦੇ ਉੱਤੇ ਤਾਂ ਜਿਹੜੀ ਮਿਲਾਵਟ ਹੁੰਦੀ ਹੈ ਉਹ ਤਾਂ ਹੁੰਦੀ ਹੈ, ਨਾਲ ਹੀ ਨਸ਼ਿਆਂ 'ਚ ਵੀ ਪੰਜਾਬ 'ਚ ਮਿਲਾਵਟ ਹੀ ਹੈ ਜੀ। ਹਾਂਜੀ ਨਹੀਂ, ਨਸ਼ਿਆਂ 'ਚ ਵੀ ਹੁੰਦੀ ਹੈ ਮਿਲਾਵਟ। ਜੀ। ਤੇ ਡਾਕਟਰ ਸਾਹਿਬ, ਜਿਹੜੇ ਨਸ਼ਿਆਂ 'ਚ ਮਿਲਾਵਟ ਹੁੰਦੀ ਆ ਉਹ ਸਿਹਤ ਲਈ, ਹਿਊਮਨ ਬੋਡੀ ਲਈ ਹਾਨੀਕਾਰਕ ਨੇ ਜਾਂ ਬਹੁਤ ਜ਼ਿਆਦਾ ਹਾਨੀਕਾਰਕ ਨਹੀਂ ਨੇ? ਇੱਕ ਤਾਂ ਨਸ਼ਾ ਹੈ ਕਿ ਅਫੀਮ ਲੈ ਲਈ ਹੈ। ਦੇਖੋ, ਨਸ਼ਿਆਂ 'ਚ ਜਿਹੜੀ ਮਿਲਾਵਟ ਕਰਨੀ ਹੈ ਉਹ ਇਨਰਟ ਸਬਸਟੈਂਸਸ ਦੀ ਕਰੀ ਜਾਂਦੀ ਹੈ, ਜਿਨ੍ਹਾਂ ਦਾ ਕੋਈ ਹਾਰਮ ਨਹੀਂ ਹੁੰਦਾ। ਜੀ। ਇਸ ਕਰਕੇ ਉਹ ਤਾਂ ਉਲਟਾ ਨਸ਼ੇ ਦੀ ਜਿਹੜੀ ਗ੍ਰੇਡਿੰਗ ਹੈ ਉਹਨੂੰ ਘਟਾਊਗੀ, ਹਾਨੀਕਾਰਕ ਨਹੀਂ ਹੋ ਸਕਦੀ। ਜੀ ਜੀ ਜੀ। ਜਿੱਦੇ ਮੈਂ ਜੁਆਇਨ ਕਰਿਆ ਨਾ, ਮੈਨੂੰ ਜਿਹੜੇ ਇੱਥੇ ਦੇ ਮੁਲਾਜ਼ਮ ਸੀ ਤੇ ਈਵਨ ਜਿਹੜੇ ਮੇਰੇ ਅਸਿਸਟੈਂਟ ਵੀ ਸੀ, ਉਹ ਬੜਾ ਕਹਿਣ ਕਿ ਜੀ ਸਰ ਇੱਥੇ ਤਾਂ ਬੜਾ ਪ੍ਰੈਸ਼ਰ ਪੈਂਦਾ, CM ਇੱਥੇ ਦਾ, ਸਰਦਾਰ ਲਾਲ ਸਿੰਘ ਇੱਥੇ ਦੇ ਨੇ, ਫਲਾਣਾ ਧਮਕਾ। 2-4 ਮਿੰਟ ਮੈਂ ਉਹਨਾਂ ਦੀ ਇੱਕ ਸੁਣੀ ਗਿਆ, ਮੁੜ ਕੇ ਮੈਂ ਕਿਹਾ ਬਕਵਾਸ ਨਾ ਕਰੋ ਤੁਸੀਂ, ਸਿੱਧੀ ਗੱਲ ਹੈ, ਤੁਹਾਨੂੰ ਕਹਿੰਦਾ ਹੋਊਗਾ ਕੋਈ, ਮੈਨੂੰ ਕਿਸੇ ਨੇ ਨਹੀਂ ਕਹਿਣਾ, ਕਿਉਂਕਿ ਮੈਨੂੰ ਕਮਿਟਮੈਂਟ ਕਰਕੇ ਭੇਜਿਆ ਵੀ ਕੋਈ ਬੰਦਾ ਦਖਲਅੰਦਾਜ਼ੀ ਨਹੀਂ ਕਰੂਗਾ। ਜੀ ਠੀਕ ਹੈ ਨਾ? ਤੇ ਯਾਨੀ ਕਿ ਜਦੋਂ ਸਰਕਾਰਾਂ ਦਾ ਸਾਥ ਹੋਵੇ ਤਾਂ, ਜਦੋਂ ਸਰਕਾਰਾਂ ਦਾ ਸਾਥ ਹੋਵੇ ਫਿਰ ਕੋਈ ਬੰਦਾ ਬਿਲਕੁਲ ਕਹੇ ਰੇਲ ਬਣਾ ਸਕਦਾ, ਕੋਈ ਉਸ 'ਚ ਕੁਝ ਨਹੀਂ ਰਹਿੰਦਾ ਹੈਗਾ। ਜੀ। ਤਾਂ ਸਰਕਾਰ ਨੇ ਮਤਲਬ ਨਾ ਤਾਂ ਕਦੇ ਮੈਨੂੰ ਸਰਦਾਰ ਲਾਲ ਸਿੰਘ ਨੇ ਸਿਫਾਰਿਸ਼ ਕਰੀ, ਨਾ ਕਦੇ ਮਹਿਲਾਂ 'ਚੋਂ ਸਿਫਾਰਿਸ਼ ਆਈ, ਨਾ ਡੋਗਰਾ ਸਾਹਿਬ ਨੇ ਕਦੇ ਸਿਫਾਰਿਸ਼ ਕਰੀ। ਜੀ। ਯਾਨੀ ਕਿ ਦੋਸ਼ੀਆਂ ਨੂੰ, ਜਿਹੜਾ ਡੋਗਰੇ ਦਾ ਉਹ ਹੁੰਦਾ ਸੀ 1-2 PHA ਜੇ, ਉਹ ਲੋਕ ਉਹਨਾਂ ਕੋਲ ਜਾਂਦੇ ਹੁੰਦੇ ਸੀ ਜੇ, ਤਾਂ ਉਹ ਕਹਿ ਦਿੰਦੇ ਸੀ ਵੀ ਨਹੀਂ ਤੁਸੀਂ ਕਿਸੇ ਹੋਰ ਨੂੰ ਕਹਿਣਾ ਉੱਥੇ ਤਾਂ ਕਹਿ ਕੇ ਦੇਖ ਲੈਣਾ ਸੀ, ਉਹਨਾਂ ਨੂੰ ਨਹੀਂ ਕਹਿਣਾ। ਜੀ।
ਸੋ ਇਸ ਕਰਕੇ ਇੱਕ ਕਿਸਮ ਦਾ ਸਾਥ ਸਮਝ ਲਓ ਜਾਂ ਕਮਿਟਮੈਂਟ ਸਮਝ ਲਓ ਉਹਨਾਂ ਦੀ, ਉਹ ਤੇ ਪੂਰੇ ਉਤਰੇ ਹੋ, ਕੋਈ ਐਸੀ ਗੱਲ ਨਹੀਂ ਸੀ। ਡਾਕਟਰ ਸਾਹਿਬ ਜਦੋਂ ਇਹ ਘੱਟ ਆ ਗਿਆ 85 ਦਿਨ ਚ ਪਹਿਲਾਂ ਜਾਂਦਾ ਸੀ, ਆਪਾਂ ਉਹਨੂੰ 25-26 ਦਿਨ ਤੇ ਲੈ ਆਏ, ਉਸ ਤੋਂ ਬਾਅਦ ਫਿਰ ਸਜ਼ਾ ਜਾਬਤਾ ਦੇ ਕੇਸਾਂ ਦੇ ਵਿੱਚ ਕਿੰਨਾ ਕੁ ਵਧਿਆ? ਦੇਖੋ ਸਜ਼ਾ ਜਾਬਤਾ ਜਿਹੜੀ ਹੈਗੀ ਉਹਦੇ ਬਾਰੇ ਚ ਮਤਲਬ ਅਸੀਂ ਨਹੀਂ ਕਹਿ ਸਕਦੇ ਵੀ ਕਿੰਨਾ ਕੁ ਵਧਿਆ ਹੋਊਗਾ। ਹਾਂ ਸਾਨੂੰ ਇੰਨਾ ਕੁ ਪਤਾ ਹੈ ਵੀ ਜਿਸ ਤਰ੍ਹਾਂ ਮਤਲਬ ਨਾਰਮਲੀ ਕੀ ਹੁੰਦਾ ਕਿ ਜ਼ਿਆਦਾਤਰ ਲੋਕ ਇਹ ਕਹਿੰਦੇ ਨੇ ਵੀ ਪੁਲਿਸ ਦੀ ਉਹ ਪੜ੍ਹ ਲੈਂਦੇ ਨੇ ਜਾਂ ਪੋਸਟਮਾਰਟਮ ਦੀ ਰਿਪੋਰਟ ਪੜ੍ਹ ਲੈਂਦੇ ਨੇ। ਪੋਸਟਮਾਰਟਮ ਦੀ ਰਿਪੋਰਟ ਪੜ੍ਹ ਕੇ ਤੁਹਾਨੂੰ 80-90% ਆਈਡੀਆ ਹੋ ਜਾਂਦੀ ਵੀ ਇਸ 'ਚ ਪੋਇਜ਼ਨ ਹੋਊਗੀ ਜਾਂ ਨਹੀਂ ਹੋਊਗੀ, ਕਿਉਂਕਿ ਉਹਦੇ ਫੀਚਰਸ ਐਸੇ ਹੁੰਦੇ ਨੇ। ਕਈ ਵਾਰੀ ਪੋਸਟਮਾਰਟਮ ਦੀ ਰਿਪੋਰਟ ਵੀ ਬਿਲਕੁਲ ਨਾਰਮਲ ਹੁੰਦੀ ਸੀ, ਪਤਾ ਨਹੀਂ ਉਹ ਕਿਵੇਂ ਨਾਰਮਲ ਲਿਖੀ ਹੁੰਦੀ ਸੀ, ਰੱਬ ਜਾਣੇ। ਕਿ ਪੁਲਿਸ ਵਾਲਿਆਂ ਨੇ ਵੀ ਕੋਈ ਐਸਾ ਕੇਸ ਨਹੀਂ ਬਣਾਇਆ ਹੁੰਦਾ ਸੀ, ਉਹ ਨੈਚੁਰਲ ਡੈਥ ਦਾ ਕੇਸ ਬਣਾਇਆ ਹੁੰਦਾ ਸੀ। ਉਹਨਾਂ ਕੇਸਿਸ 'ਚ ਅਸੀਂ ਕਾਫੀ ਕੇਸਿਸ 'ਚ ਜਿਹੜੇ ਕਿ ਖਾਸ ਕਰਕੇ ਜਿਹੜੀ ਡੌਰੀ ਡੈਥਸ ਦੇ ਕੇਸਿਸ ਜ਼ਿਆਦਾ ਆਉਂਦੇ ਨੇ, ਉਹਨਾਂ 'ਚ ਕਿੰਨੇ ਹੀ ਕੇਸ ਮਤਲਬ ਅਸੀਂ ਰਿਪੋਰਟ ਕਰੇ ਸੀ ਵੀ ਨਹੀਂ ਆਹ ਦੇਖੋ ਇਹ ਤਾਂ ਪੋਇਜ਼ਨ ਦੇ ਕੇ ਮਾਰੀ ਗਈ ਹੈ। ਤੇ ਸਜ਼ਾ ਦਾ ਵੀ ਕਿੰਨੀ ਕੁ ਸਜ਼ਾ ਹੋਈ ਕਿੰਨੀ ਕੁ ਨਾ, ਉਹ ਕਿਉਂਕਿ ਜਿਹੜਾ ਕੈਮੀਕਲ ਐਗਜ਼ਾਮੀਨਰ ਹੈ ਉਹਨੂੰ ਕੋਰਟ 'ਚ ਨਹੀਂ ਜਾਣਾ ਪੈਂਦਾ, ਉਹਦੀ ਰਿਪੋਰਟ ਇਟਸੈਲਫ ਫਾਈਨਲ ਮੰਨੀ ਜਾਂਦੀ ਹੈ, ਕੋਈ ਐਵੀਡੈਂਸ ਦੀ ਲੋੜ ਨਹੀਂ ਹੁੰਦੀ। ਮੈਨੂੰ ਸਿਰਫ ਇੱਕ ਵਾਰੀ ਬੁਲਾਇਆ ਸੀ, ਉਹ ਵੀ ਹਾਈ ਕੋਰਟ 'ਚ ਜੀ। ਹਾਈ ਕੋਰਟ 'ਚ ਪਹਿਲਾਂ ਤਾਂ ਖੈਰ ਮੈਂ ਉੱਥੇ ਜਾ ਕੇ ਉਹਨੂੰ ਜਿਹੜੇ ਆਪਣਾ ਸੀ ਉਹ ਉੱਥੇ ਦਾ ਆਪਣਾ ਐਡਵੋਕੇਟ ਜਨਰਲ ਜਿਹੜਾ ਵੀ ਸੀ ਡਿਊਟੀ 'ਤੇ, ਮੈਂ ਉਹਨੂੰ ਕਿਹਾ ਭਾਈ ਮੈਂ ਆ ਗਿਆ। ਕੋਈ ਨਹੀਂ ਜੀ ਕਰਦੇ ਹਾਂ, ਕੋਈ ਨਹੀਂ ਜੀ ਕਰਦੇ ਹਾਂ। ਅਲਟੀਮੇਟਲੀ ਮੈਂ ਘੰਟੇ ਕੁ ਬਾਅਦ ਮੈਂ ਖੜ੍ਹਾ ਹੋ ਕੇ ਜੱਜ ਸਾਹਿਬ ਨੂੰ ਕਿਹਾ ਕਿ ਵੀ ਮੈਂ ਸਟੇਟ ਕੈਮੀਕਲ ਐਗਜ਼ਾਮੀਨਰ ਹਾਂ ਅਤੇ ਆ ਫਲਾਣੇ ਕੇਸ 'ਚ ਬੁਲਾਇਆ ਹੈ ਮੈਨੂੰ। ਉਹ ਕਹਿੰਦੇ ਹੂ ਹੈਜ਼ ਕਾਲਡ ਯੂ। ਫਿਰ ਚਲੋ ਉਹਨਾਂ ਨੇ ਐਕਸਪਲੇਨ ਕਰਿਆ ਵੀ ਇਸ 'ਚ ਆਹ ਚੀਜ਼ ਹੈਗੀ। ਉਹ ਕੇਸ ਕੀ ਸੀ ਕਿ ਇੱਕ ਬੰਦੇ ਨੇ ਮਤਲਬ ਸਸਪੈਕਟਡ ਪੋਇਜ਼ਨ ਸੀ, ਬੋਡੀ ਸਾੜਤੀ, ਲੇਡੀ ਸੀ, ਤੇ ਪੁਲਿਸ ਨੇ ਕੇਸ ਬਣਾਤਾ, ਕੇਸ ਵੀ ਬਣਾ ਲਿਆ ਵੀ ਹਾਂ ਇਹਨੂੰ ਜ਼ਹਿਰ ਦਿੱਤੀ ਗਈ ਹੈ। ਉਹ ਪੁਲਿਸ ਵਾਲੇ ਟੈਸਟ ਕਰਨ ਵਾਸਤੇ ਰਾਖ ਲਿਆਏ ਇਕੱਠੀ ਕਰਕੇ। ਉਹ ਰਾਖ ਦੀ ਰਿਪੋਰਟ ਨੈਚੁਰਲੀ ਨੈਗੇਟਿਵ ਆਉਂਦੀ ਹੈ, ਕਿਉਂਕਿ ਪੋਇਜ਼ਨ ਕੋਈ ਐਸੀ ਨਹੀਂ ਹੈਗੀ ਜਿਹੜੀ ਹੀਟ 'ਚ ਨਾ ਡਿਸਟਰੋਏ ਹੋਵੇ। ਉੱਥੇ ਇਹ ਕੁਐਸਚਨ ਹੋ ਗਿਆ ਸੀ ਕਿ ਕਿਆ ਇਫ ਸਟਿਲ ਇਟ ਕੈਨ ਬੀ ਪੋਇਜ਼ਨਿੰਗ। ਸਿਰਫ ਉਸ ਕੇਸ 'ਚ ਮੈਨੂੰ ਬੁਲਾਇਆ ਸੀ। ਉਹ ਫਿਰ ਉਹ ਜੱਜ ਸਾਹਿਬ ਕਹਿੰਦੇ ਕਿ ਵੀ ਡਾਕਟਰ ਸਾਹਿਬ ਅਸੀਂ ਤੁਹਾਨੂੰ ਇਸ ਕਰਕੇ ਬੁਲਾਇਆ ਵੀ ਇਹ ਕੁਛ ਪਤਾ ਨਹੀਂ ਲੱਗ ਰਿਹਾ, ਤੁਸੀਂ ਦੱਸੋ ਵੀ ਕੀ ਇਹ ਹੋ ਸਕਦੀ ਹੈ ਕਿ ਨਹੀਂ। ਮੈਂ ਕਿਹਾ ਨਹੀਂ ਇਟ ਕੈਨ ਬੀ ਵੈਰੀ ਮਚ ਪੋਸੀਬਲ। ਇਹ 'ਚ ਰਾਖ ਹੈ, ਰਾਖ 'ਚੋਂ ਕੀ ਨਿਕਲਣਾ, ਜਾਂ ਤਾਂ ਇਹ ਕੁਛ ਹੋਰ ਲਿਆਉਂਦੇ ਪਹਿਲਾਂ। ਸੋ ਦੈਟ ਵਾਜ਼ ਦੀ ਓਨਲੀ ਇਨਸੀਡੈਂਸ। ਉਹ ਕਹਿੰਦੇ ਹਾਂ ਠੀਕ ਹੈ ਤੁਸੀਂ ਇਹ ਰਿਕਾਰਡ ਕਰਾ ਦਿਓ। 2 ਮਿੰਟ ਲਾਏ ਸੀ ਉਹਨਾਂ ਨੇ। ਨਾਲੇ ਉਹਨਾਂ ਨੇ ਐਡਵੋਕੇਟ ਜਿਹੜਾ ਐਡੀਸ਼ਨਲ ਐਡਵੋਕੇਟ ਜਨਰਲ ਜੋ ਵੀ ਸੀ ਉਹਨੂੰ ਇਹ ਵੀ ਕਿਹਾ ਵੀ ਤੂੰ ਇੰਨਾ ਟਾਈਮ ਕਿਉਂ ਲਵਾਤਾ ਇਹਨਾਂ ਦਾ ਜੀ। ਸੋ ਕੋਈ ਹੋਰ ਕੇਸ ਡਾਕਟਰ ਸਾਹਿਬ ਜਿਹੜਾ ਨਿਵੇਕਲਾ ਹੋਵੇ ਤੇ ਤੁਹਾਡੇ ਕੋਲ ਆਇਆ ਹੋਵੇ, ਲੱਗਦਾ ਹੋਵੇ ਕਿ ਉਹਦੇ ਵਿੱਚ ਸਾਰਾ ਤੇ ਬਾਅਦ ਦੇ ਵਿੱਚ ਪਤਾ ਲੱਗਾ ਹੋਵੇ ਮਰਡਰ ਹੈ, ਕੋਈ ਇਸ ਤਰ੍ਹਾਂ ਦਾ ਕੋਈ ਤੁਹਾਡੀ ਯਾਦਦਾਸ਼ਤ ਹੋਵੇ ਵੀ ਆਹ ਕੇਸ ਜਿਹੜਾ ਸੀ ਜ਼ਿੰਦਗੀ ਦਾ ਬੜਾ ਯਾਦਦਾਸ਼ਤ ਕੇਸ ਸੀ, ਕੰਪਲਿਕੇਟਡ ਕੇਸ ਸੀ? ਨਹੀਂ, ਕੰਪਲਿਕੇਟਡ ਕੇਸ ਤਾਂ ਇਸ ਤਰ੍ਹਾਂ ਜੀ ਕਿ ਮੈਨੂੰ ਚਲੋ ਮਤਲਬ ਕਈ ਕੇਸ ਇਸ ਤਰ੍ਹਾਂ ਦੇ ਆਉਂਦੇ ਨੇ ਜਿਹੜਾ ਜਿਸ ਤਰ੍ਹਾਂ ਮਤਲਬ ਕੋਈ NRI ਲੇਡੀ ਦਾ ਕੇਸ ਆਇਆ ਸੀ ਸਾਡੇ ਕੋਲ, ਵਿਆਹ 'ਤੇ ਆਏ ਹੋਏ ਸੀ। ਉਹ ਪੋਇਜ਼ਨ ਨਾਲ ਡੈਥ ਹੋ ਗਈ ਉਹਦੀ ਜੀ। ਤੇ ਅਲਟੀਮੇਟਲੀ ਚਲੋ ਜਿਹੜੇ ਉਹਦੇ ਪੇਕੇ ਪੂਕੇ ਸੀ ਉਹਨਾਂ ਨੇ ਵੀ ਮਾੜਾ ਮੋਟਾ ਉਹਨਾਂ ਨੂੰ ਸ਼ੱਕ ਪਿਆ। ਉਸ ਕੇਸ 'ਚ ਸਾਡੇ ਤੇ ਪ੍ਰੈਸ਼ਰ ਵਾਕਈ ਹੀ ਪਿਆ ਸੀ। ਪ੍ਰੈਸ਼ਰ ਇਨ ਦੀ ਸੈਂਸ ਪ੍ਰੈਸ਼ਰ ਪੋਲੀਟੀਕਲ ਪ੍ਰੈਸ਼ਰ ਨਹੀਂ ਪੈਂਦਾ ਸੀ ਮੇਰੇ ਤੇ। ਜਿਹੜੇ ਕਈ ਡਾਕਟਰ ਹੁੰਦੇ ਨੇ, ਤੁਹਾਨੂੰ ਪਤਾ ਵੀ ਸਾਰੇ ਹੀ ਇੱਥੇ ਜਿਹਨੂੰ ਮਰਜ਼ੀ ਹੱਥ ਲਾ ਲਓ, ਹਰ ਇੱਕ ਬੰਦਾ ਕਹਿੰਦਾ ਮੈਂ ਵਿਚੋਲਾ ਬਣ ਰਿਹਾ ਸੀ। ਠੀਕ ਹੈ। ਉਸ ਜ਼ਮਾਨੇ 'ਚ 2003 ਜਾਂ 4 ਦੀ ਗੱਲ ਹੈ, 10 ਲੱਖ ਰੁਪਈਆ ਮੇਰੇ ਕੋਲ ਬਹੁਤ ਹੁੰਦਾ ਸੀ ਰਿਸ਼ਵਤ ਦਾ ਉਦੋਂ। ਜੀ। ਆਈ ਥਿੰਕ ਗੁਰਦਾਸਪੁਰ ਦਾ ਸੀ। ਨਹੀਂ, ਗੁਰਦਾਸਪੁਰ ਦਾ ਨਹੀਂ ਸੀ, ਮੋਸਟ ਲਾਈਕਲੀ ਮੇਰਾ ਖਿਆਲ ਸ਼ਾਇਦ ਮੋਗੇ ਦਾ ਸੀ, ਕਿਤੇ ਦਾ ਉੱਧਰ ਦਾ। ਤੇ ਉਸ ਕੇਸ 'ਚ ਬੜਾ ਉਹ ਹੋਇਆ, ਉਹ ਦੈਟ ਵਾਜ਼ ਦੀ ਕੇਸ ਕਿ ਅਸੀਂ ਕਿਹਾ ਵੀ ਨਹੀਂ, ਮਤਲਬ ਹੀ ਕੋਈ ਨਹੀਂ, ਆਊਟ ਆਫ ਕੁਐਸਚਨ ਹੈ। ਤਾਂ ਰਿਪੋਰਟ ਕਹਿੰਦੇ ਜੀ ਅਸੀਂ ਫਲਾਣੇ ਬੰਦੇ ਤੋਂ ਕਰਾ ਲੈਣਾ ਅਤੇ ਕਿਤੋਂ ਕਰਾ ਲੈਣਾ। ਮੈਂ ਕਿਹਾ ਦੇਖੋ ਗੱਲ ਤੁਸੀਂ ਨਾਂ ਦੱਸ ਕੇ ਕਰਿਓ। ਮੈਂ ਕਿਹਾ ਮਤਲਬ ਹੀ ਕੋਈ ਨਹੀਂ, ਇੱਥੇ ਉਹੀ ਹੋਊਗਾ ਜੋ ਮੈਂ ਕਹੂੰਗਾ।
ਦਸਤਖਤ ਜਿਹੜਾ ਮਰਜ਼ੀ ਕਰੇ, A ਕਰੇ ਜਾਂ B ਕਰੇ, ਮੈਂ ਕਰਾਂ ਜਾਂ ਮੇਰਾ ਅਸਿਸਟੈਂਟ ਕੈਮੀਕਲ ਐਗਜ਼ਾਮੀਨਰ ਹੋਵੇ, ਪਰ ਉਹਦੀ ਇੰਨੀ ਹਿੰਮਤ ਨਹੀਂ ਵੀ ਉਹ ਜੋ ਮੈਂ ਕਹਿ ਰਿਹਾ ਉਹਦੇ ਉਲਟ ਕਰ ਦੂਗਾ। ਯਾਨੀ ਕਿ ਜੋ ਸੱਚਾਈ ਹੈ, ਜੋ ਰਿਪੋਰਟ ਬਿਲਕੁਲ ਹੈ, ਜੋ ਸੱਚੀ ਗੱਲ ਹੈ ਉਹੀ ਰਿਪੋਰਟ ਕਰੀਏ, ਉਹੀ ਰਿਪੋਰਟ ਹੋਊਗੀ ਜੀ। ਤੇ ਉਸ 'ਚ ਪੋਇਜ਼ਨ ਆ ਗਈ ਸੀ। ਅਰਵਿੰਦ ਜੀ ਕਹਿਣ ਦੀ ਹੈਗੇ ਡਾਕਟਰ ਸਾਹਿਬ ਬੂਹ ਤੇ ਬੈਠੇ ਹੈਗੇ ਨੇ, ਜਿਹੜਾ 4.5 ਸਾਲ ਦਾ ਵਿਰਸਾ ਸੀ ਅਰਸਾ ਸੀਗਾ, ਮੈਂ ਤਾਂ ਕਾਫੀ ਇਨ ਟੱਚ ਰਿਹਾ ਕਿ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਸੀ ਕਿ 5 ਰੁਪਏ ਇਹਨਾਂ ਦਾ ਅਸਿਸਟੈਂਟ ਜਾਂ ਕੋਈ ਹੋਰ ਲੈਣ ਦੀ ਜ਼ਰੂਰਤ ਕਰ ਲੇ। ਤੇ ਡਾਕਟਰ ਸਾਹਿਬ ਇੱਕ ਥੋੜੀ ਜਿਹੀ ਹੋਰ ਗੱਲ ਦੱਸ ਦਿਓ ਵੀ ਕੀ ਤੁਹਾਡੇ ਕੀਤੇ ਹੋਏ ਜਿਹੜੇ ਇੱਥੋਂ ਦੇ ਕੇਸ ਸੀ ਚੈਲੰਜ ਵੀ ਹੋਏ ਨੇ ਕਿਤੇ ਉੱਪਰ? ਇਹ ਚੈਲੰਜ ਹੋ ਨਹੀਂ ਸਕਦੇ? ਚੈਲੰਜ ਨਹੀਂ ਹੁੰਦੇ ਹੈਗੇ। ਅੱਛਾ ਜੀ। ਕਿਉਂਕਿ ਇਹਦਾ ਇੱਕ ਜੇ ਤੁਸੀਂ ਚੈਲੰਜ ਕਰਨਾ ਹੋਵੇ ਨਾ, ਉਹਦਾ ਇੱਕ ਪ੍ਰੋਸੀਜਰ ਹੈ। ਪ੍ਰੋਸੀਜਰ ਇਹ ਹੈ ਵੀ ਤੁਹਾਨੂੰ ਐਡਵਾਂਸ ਐਪਲੀਕੇਸ਼ਨ ਦੇਣੀ ਪੈਂਦੀ ਹੈ ਜਾਂ ਮੈਜਿਸਟਰੇਟ ਦੇ ਥਰੂ ਜਾਂ ਪੁਲਿਸ ਦੇ ਥਰੂ ਕਿ ਜਿਹਦਾ ਸੈਂਪਲ ਦਾ ਇੱਕ ਪਾਰਟ ਪ੍ਰੀਜ਼ਰਵ ਕਰਕੇ ਰੱਖ ਲਿਆ ਜਾਵੇ। ਅਦਰਵਾਈਜ਼ ਤਾਂ ਉਹ ਸੈਂਪਲ ਹੈ ਜਿਹੜਾ ਉਹ ਯੂਜ਼ ਹੋ ਜਾਂਦਾ ਸਾਰਾ। ਓਕੇ। ਇਸ ਕਰਕੇ ਉਹ ਚੈਲੰਜ ਨਹੀਂ ਹੁੰਦਾ ਜੀ, ਨਾ ਹੀ ਰਿਪੋਰਟ ਚੈਲੰਜ ਹੋਵੇ ਇਹ ਜੀ। ਮਤਲਬ ਜੋ ਲਿਖਤਾ ਉਹ ਫਾਈਨਲ ਹੈ, ਇਹ ਤਾਂ ਤੁਹਾਡੀ ਉਸ ਤੇ ਡਿਪੈਂਡ ਕਰਦਾ। ਕਦੇ ਪੁਲਿਸ ਪ੍ਰੈਸ਼ਰ ਵੀ ਆਇਆ ਜੀ? ਨਾ, ਕਦੇ ਪੁਲਿਸ ਪ੍ਰੈਸ਼ਰ ਨਹੀਂ ਆਇਆ ਮੇਰੇ ਤੇ। ਢਿੱਲੋਂ ਸਾਹਿਬ ਜਦੋਂ ਸਰਕਾਰਾਂ ਕਿਉਂਕਿ ਨਾਲ ਸਰਕਾਰ ਜਿਹੜੇ ਕਿ ਸਰਕਾਰਾਂ ਨਾਲ ਤੀਆਂ ਜੀ, ਜਦੋਂ ਸਰਕਾਰ ਸਰਕਾਰ ਨਾਲ ਆਪਾਂ ਇਹਨੂੰ ਸਿੱਧਾ ਕਰਨਾ, ਸਿੱਧੀ ਜੀ ਗੱਲ ਸੀ। ਮੈਨੂੰ ਉਹਨਾਂ ਨੇ ਇਹ ਕਿਹਾ ਸੀ ਵੀ ਆਪਾਂ ਸਿੱਧਾ ਕਰਨਾ ਹੈ। ਅੱਛਾ, ਸਿੱਧਾ ਕਰਨ ਵਾਸਤੇ ਮੈਂ ਇਹਨਾਂ ਨੂੰ ਦੱਸ ਰਿਹਾ ਸੀ ਵੀ ਕੱਬੇ ਬੰਦੇ ਨੂੰ ਲਾਉਣਾ ਪੈਂਦਾ ਜੀ, ਤੋਂ ਮਤਲਬ ਸਾਰੇ ਬੰਦੇ ਡਰਦੇ ਹੋਣ ਤੇ ਹੋਰ ਉਹ ਕਰਦੇ ਹੋਣ। ਬਿਲਕੁਲ ਠੀਕ ਹੈ। ਇਸ ਕਰਕੇ ਕਦੇ ਇੱਥੇ ਡਾਇਰੈਕਟਰ ਨਹੀਂ ਆਇਆ ਸੀ, ਕੋਈ ਕਦੇ ਸੈਕਟਰੀ ਨਹੀਂ ਆਇਆ ਸੀ, ਕਦੇ ਮਿਨਿਸਟਰ ਨਹੀਂ ਆਇਆ, ਕਿਸੇ ਨੇ ਫਾਰਮਲ ਵਿਜ਼ਿਟ ਵੀ ਨਹੀਂ ਕਰੀ ਆ ਕੇ। ਸੋ ਇਸ ਕਰਕੇ ਕੋਈ ਐਸੀ ਉਹ ਨਹੀਂ ਹੁੰਦੀ ਜੀ। ਅਸੀਂ ਡਾਕਟਰ ਸਾਹਿਬ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਦੀ ਕ੍ਰਾਂਤੀ ਤੁਸੀਂ ਇਹਨਾਂ ਕੇਸਿਸ ਦੇ ਵਿੱਚ ਲਿਆਂਦੀ ਹੈ, ਜੁਰਮ ਦੀ ਦੁਨੀਆ ਦੇ ਵਿੱਚ ਬੈਠ ਕੇ ਉਹ ਗੁਨਾਹ ਜਿਹੜੇ ਕਰਦੇ ਆ ਲੋਕ, ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਸਜ਼ਾ ਦਿਵਾਉਣੀ, ਸਲਾਖਾਂ ਦੇ ਪਿੱਛੇ ਭੇਜਣਾ, ਸਲਾਖਾਂ ਦੇ ਪਿੱਛੇ ਭੇਜਣਾ ਬੜਾ ਵੱਡਾ ਇਹ ਪੁੰਨ ਦਾ ਕੰਮ ਹੈ ਜਿਹੜਾ ਕਿ ਆਮ ਲੁਕਿਆ ਰਹਿੰਦਾ ਆ। ਇਹ ਸੀ ਡਾਕਟਰ DC ਸ਼ਰਮਾ ਜੀ ਦੇ ਉਮਰਾਂ ਦੇ ਅਨੁਭਵ, ਜਿਹੜੇ ਹੁਣ ਰਿਟਾਇਰਡ ਨੇ ਤੇ ਅੱਜ ਕੱਲ੍ਹ ਇਹ ਸੋਸ਼ਲ ਵਰਕ ਕਰਦੇ ਨੇ, ਫ੍ਰੀ ਚੈੱਕਅਪ ਕਰਦੇ ਨੇ, ਕੈਂਪ ਲਾਉਂਦੇ ਨੇ ਇਹ ਵੱਡੇ ਵੱਡੇ। ਤੇ ਇੱਕ ਹੋਰ ਵਿਸ਼ੇ ਤੇ ਇਹਨਾਂ ਨਾਲ ਗੱਲ ਜਿਹੜੀ ਕਿ 1-2 ਦਿਨਾਂ ਦੇ ਵਿੱਚ ਹੀ ਦੁਬਾਰਾ ਅਸੀਂ ਪੇਸ਼ ਕਰ ਦਾਂਗੇ ਤੁਹਾਡੇ ਤੱਕ, ਉਹ ਹੋਊਗੀ ਜਿਹੜੀਆਂ ਵਸਤੂਆਂ ਅਸੀਂ ਖਾਂਦੇ ਆ। ਯਾਨੀ ਕਿ ਹੁਣ ਤਿਉਹਾਰ ਨੇ, ਮਠਿਆਈਆਂ ਅਸੀਂ ਖਾਵਾਂਗੇ, ਉਹਦੇ ਤੇ ਵਰਕ ਚੜ੍ਹਦਾ ਆ, ਉਹ ਅਸਲੀ ਆ ਨਕਲੀ ਆ। ਖੋਆ ਕਿੱਦਾਂ ਪਛਾਣਨਾ ਅਸਲੀ ਆ ਕਿ ਨਕਲੀ ਆ? ਮਠਿਆਈ ਸਾਨੂੰ ਉਹ ਖਾਣੀ ਚਾਹੀਦੀ ਹੈ, ਨਹੀਂ ਖਾਣੀ ਚਾਹੀਦੀ? ਦੀਵਾਲੀ ਤੇ ਸਾਨੂੰ ਕੀ ਵੰਡਣਾ ਚਾਹੀਦਾ? ਦੁਸਹਿਰੇ ਤੇ ਸਾਨੂੰ ਕੀ ਖਾਣਾ ਚਾਹੀਦਾ ਆ? ਉਸ ਵਿਸ਼ੇ ਤੇ ਵੀ ਚਰਚਾ ਲੈ ਕੇ ਤੁਹਾਡੇ ਸਾਹਮਣੇ 1 ਜਾਂ 2 ਦਿਨਾਂ ਦੇ ਵਿੱਚ ਆਵਾਂਗੇ। ਦੇਖਦੇ ਰਹਿਣਾ D5 ਚੈਨਲ ਪੰਜਾਬੀ। ਧੰਨਵਾਦ ਜੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।